सतनाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु वर श्री हर गोबिंद। हरि राय हरि कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानुख भगत वैराग। श्री गुरु ग्रंथ साहिब उदद बंदो कर अनुराग। श्री गुर शब्द कमाए जिना जीते पंच विकार। तिन संतन को बंदना सिर चरणन पर तार। पूरन देखियो आत्मा द्वैत है सर्ब निवार। भये शांत मन संत जो तिन पद नमो हमार। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा सुन सतगुर चित चौंप कर है चाहत जिम आए। हृदय विचारत भे बहुत किस प्रकार को ल्याए। सुन सतगुर चित चौंप कर है चाहत जिम आए। हृदय विचारत भे बहुत किस प्रकार को लगाए। वाहिगुरु जी का खालसा वाहिगुरु जी की फतेह। चवर छत्र तख्त दे मालक राजन के राजा महाराजन के महाराज। ऐसो राज छोड़ और दूजा कौन ध्याई है। 84 लाख जूना दे रिजक दाते धन धन साहिब श्री गुरु ग्रंथ साहिब जी सच्चे पातशाह जिन्हों ने अपार रहमत कृपा करके सानू संध्या समय दे सुंदर दीवान बख्शिश कीते ने। आपां सारे ही मिल करके महापुरखों के पावन स्थानां पर एकत्रित होए हाँ। आओ हुण जो इतिहास की लड़ीवार कथा विचार चलती उहदा समा बन आया है। आपां सारे ही मिल बैठ के जो 6वें पातशाह जियां दा इतिहास चलता है आपां सारे सरवण करना करिए। सब तो पहला
ਕਲਗੀਧਰ ਬਾਪੂ ਜੀਆਂ ਦੀ ਬਖਸ਼ਿਸ਼ ਕੀਤੇ ਫਤਿਹ ਦੀ ਸਾਂਝ ਪਾਈਏ। ਆਓ ਜੀ ਮਿਲ ਕਰਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਕੱਲ ਦੇ ਅਧਿਆਏ ਦੇ ਅੰਦਰ ਸਰਵਣ ਕੀਤਾ, ਕਾਬਲ ਤੋਂ ਸੰਗਤ ਚੱਲ ਕੇ ਆਈ ਮਹਾਰਾਜ ਕੋਲ। ਦੋ ਮਸੰਦ ਆਏ, ਆ ਕਰਕੇ ਮਹਾਰਾਜ ਅੱਗੇ ਬੇਨਤੀਆਂ ਕੀਤੀਆਂ, ਨਮਸਕਾਰਾਂ ਕੀਤੀਆਂ। ਫਿਰ ਅੰਤਰਜਾਮੀ ਸਤਿਗੁਰਾਂ ਨੇ ਪੁੱਛਿਆ, ਭਾਈ ਸਿੱਖੋ ਕਿੱਥੋਂ ਚੱਲ ਕੇ ਆਏ ਹੋ? ਕਹਿਣ ਲੱਗੇ ਜੀ ਅਸੀਂ ਕਾਬਲ ਤੋਂ ਆਏ ਹਾਂ। ਮਹਾਰਾਜ ਕਹਿਣ ਲੱਗੇ ਕਿਹੜੇ ਰਸਤੇ ਥਾਣੀ ਚੱਲ ਕੇ ਆਏ ਹੋ? ਕਹਿਣ ਲੱਗੇ ਜੀ ਲਾਹੌਰ ਥਾਣੀ। ਪਾਤਸ਼ਾਹ ਜੀ ਪੁੱਛਣ ਲੱਗੇ ਭਾਈ ਲਾਹੌਰ ਦੇ ਵਿੱਚ ਫਿਰ ਕਿਵੇਂ ਦਾ ਪ੍ਰਸੰਗ ਚੱਲਿਆ, ਕੀ ਕਿਰਿਆ ਵਾਪਰੀ, ਉਹ ਸਾਨੂੰ ਦੱਸਣਾ ਕਰੋ। ਫਿਰ ਮਸੰਦਾਂ ਨੇ ਤੇ ਸਿੱਖਾਂ ਨੇ ਜਿਹੜਾ ਕਰੋੜੀ ਮੱਲ ਪਾਤਸ਼ਾਹ ਜੀਆਂ ਦੇ ਲਈ ਘੋੜੇ ਲੈ ਕੇ ਆ ਰਿਹਾ ਸੀ ਦਰਿਆਈ, ਮਹਾਰਾਜ ਜੀਆਂ ਦੇ ਚਰਨਾਂ ਉੱਪਰ ਢਹਿ ਪਿਆ, ਭੁੱਬਾਂ ਮਾਰ ਕੇ ਰੋਈ ਜਾਵੇ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੈਨੂੰ ਕੀ ਹੋ ਗਿਆ, ਤੂੰ ਕਿਉਂ ਵਿਰਾਗ ਕਰਦਾ ਏ? ਕਹਿਣ ਲੱਗਾ ਮਹਾਰਾਜ ਦੋ ਘੋੜੇ ਸਨ, ਬੜੇ ਲਾਡਾਂ ਦੇ ਨਾਲ ਪਾਲੇ। ਮਨ ਦੇ ਵਿੱਚ ਇੱਛਾ ਸੀ ਕਿ ਤੁਹਾਡੇ ਅੱਗੇ ਭੇਟਾ ਕਰਾਂਗਾ, ਪਰ ਲਾਹੌਰ ਦੇ ਵਿੱਚ ਇਹਨਾਂ ਮੁਗਲਿਆਂ ਨੇ ਮੇਰੇ ਕੋਲੋਂ ਘੋੜੇ ਖੋਹ ਲਏ। ਬੜੇ ਸੋਹਣੇ ਘੋੜੇ ਸਨ। ਪਾਤਸ਼ਾਹ ਜੀ ਹੁਣ ਸ਼ਾਹਜਹਾਨ ਦੇ ਕੋਲ ਦੋਵੇਂ ਸੁੰਦਰ ਘੋੜੇ ਜਿਹੜੇ ਹਨ ਉਹ ਆਪਣੇ ਕੋਲ ਹੀ ਰੱਖਦਾ ਏ। ਸਾਡੇ ਮਨ ਦੀ ਇੱਛਾ ਏ ਜੇ ਘੋੜੇ ਤੁਹਾਡੇ ਕੋਲ ਆ ਪਹੁੰਚਣ ਤੇ ਅਸੀਂ ਬੜੇ ਹੀ ਪ੍ਰਸੰਨ ਹੋਵਾਂਗੇ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇ ਦਰ ਦੀ ਅਮਾਨਤ ਤੁਹਾਡੇ ਅੰਦਰ ਦੀ ਸ਼ਰਧਾ ਏ, ਜਿਵੇਂ ਸਤਿਗੁਰਾਂ ਨੂੰ ਭਾਵੇਗਾ ਉਸ ਤਰੀਕੇ ਦੇ ਨਾਲ ਘੋੜੇ ਗੁਰੂ ਘਰ ਦੇ ਵਿੱਚ ਆ ਪੁੱਜਣਗੇ। ਇੰਨੀ ਗੱਲ ਕਹੀ ਮਹਾਰਾਜ ਜੀਆਂ ਨੇ। ਫਿਰ ਸੱਚੇ ਪਾਤਸ਼ਾਹ ਕਹਿਣ ਲੱਗੇ ਸ਼ਾਹਜਹਾਨ ਦੇ ਬਾਰੇ ਵੀ ਦੱਸੋ, ਕਿੰਨੀ ਫੌਜ ਏ ਉਹਦੇ ਕੋਲ, ਕਿੰਨੇ ਲਸ਼ਕਰ ਲਈ ਫਿਰਦਾ ਏ? ਮਸੰਦ ਕਹਿਣ ਲੱਗੇ ਮਹਾਰਾਜ ਬਕਰੀਦ ਦਾ ਸਮਾਂ ਸੀ, ਸਿੱਖਾਂ ਨੇ ਸੋਚਿਆ ਕਿ ਉੱਥੇ ਰਹਿ ਕੇ ਸਮਾਂ ਬਤੀਤ ਕਰਦੇ ਆ, ਨਾਲੇ ਸ਼ਾਹਜਹਾਨ ਨੇ ਬਾਹਰ ਆਉਣਾ ਹੈ, ਉਹਨੂੰ ਵੀ ਵੇਖ ਲਵਾਂਗੇ, ਕਿੰਨੀ ਸ਼ਾਨੋ ਸ਼ੌਕਤ ਹੈ ਉਹਦੀ। ਇਸ ਤਰੀਕੇ ਨਾਲ ਅਸੀਂ ਪਾਤਸ਼ਾਹ ਜੀ ਉੱਥੇ ਰਾਤ ਰੁਕੇ। ਫਿਰ ਅਗਲਾ ਦਿਨ ਜਦੋਂ ਆਇਆ, ਸ਼ਾਹਜਹਾਨ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਿਆ। ਪਾਤਸ਼ਾਹ ਜੀ ਫੌਜ ਦੀ ਗਿਣਤੀ ਕਰੀਏ ਤਾਂ ਫੌਜ ਅਣਗਿਣਤ ਫੌਜ ਸੀ ਉਹਦੇ ਕੋਲ, ਬੜਾ ਲਾਮ ਲਸ਼ਕਰ ਲਈ ਫਿਰਦਾ ਸੀ। ਨਾਲ ਉਹਦੇ ਬੜੇ ਤਗੜੇ ਹਾਥੀ ਸਨ, ਬੜੇ ਸਜਾਏ ਹੋਏ। ਪਰ ਜਿਹੜੇ ਸਾਡੀ ਮੇਨ ਇੱਛਾ ਹੈ ਪਾਤਸ਼ਾਹ ਦੋ ਘੋੜੇ ਜਿਹੜੇ ਸ਼ਾਹਜਹਾਨ ਆਪਣੇ ਕੋਲ ਹੀ ਰੱਖਦਾ ਏ, ਜਾਣ ਤੋਂ ਪਿਆਰੇ ਰੱਖਦਾ ਏ, ਤੁਹਾਡੇ ਕੋਲ ਆ ਪਹੁੰਚਣ ਬਾਰ-ਬਾਰ ਬੇਨਤੀਆਂ ਕਰਦੇ ਨੇ। ਮਹਾਰਾਜ ਜੀ ਕਹਿਣ ਲੱਗੇ ਕੋਈ ਨਾ ਸਿੱਖੋ, ਤੁਹਾਡੇ ਅੰਦਰ ਦੀ ਸ਼ਰਧਾ ਪੂਰੀ ਹੋਵੇਗੀ, ਘੋੜੇ ਆ ਪਹੁੰਚਣਗੇ। ਇਵੇਂ ਗੱਲਾਂ ਕਰਦਿਆਂ ਕੁਝ ਕੁ ਦਿਨ ਕਾਬਲ ਦੀ ਸੰਗਤ ਉੱਥੇ ਰਹਿਣਾ ਕਰਦੀ ਏ। ਫਿਰ ਪਾਤਸ਼ਾਹ ਦੇ ਦਰਸ਼ਨ ਕਰਕੇ ਮਹਾਰਾਜ ਜੀਆਂ ਦੇ ਕੋਲੋਂ ਚੱਲ ਪਏ। ਇਵੇਂ ਦਰਸ਼ਨ ਕਰਦੇ ਕਵੀ ਜੀ ਕਹਿੰਦੇ ਗੋਇੰਦਵਾਲ ਸਾਹਿਬ, ਬੌਲੀ ਸਾਹਿਬ 'ਚ ਇਸ਼ਨਾਨ ਕੀਤਾ, ਖਡੂਰ ਸਾਹਿਬ ਪੁੱਜੇ, ਤਰਨਤਾਰਨ ਸਾਹਿਬ ਹੋ ਕੇ ਅੰਮ੍ਰਿਤਸਰ ਸਾਹਿਬ ਜਾ ਕੇ ਇਹਨਾਂ ਕਾਬਲ ਦੇ ਸਿੱਖਾਂ ਨੇ ਅਰਦਾਸਾਂ ਬੇਨਤੀਆਂ ਸੋਧੀਆਂ। ਇਹ ਜਿਹੜਾ ਅਧਿਆਏ ਆਪਾਂ ਕੱਲ ਸਰਵਣ ਕੀਤਾ ਸੀ। ਆਓ ਅੱਗੇ ਕਿਵੇਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਸ ਤਰੀਕੇ ਨਾਲ ਬਾਬਾ ਵਿਧੀ ਚੰਦ ਜੀਆਂ ਦੀ ਕੰਡ ਤੇ ਥਾਪਰਾ ਦੇ ਕੇ ਲਾਹੌਰ ਦੇ ਵੱਲ ਤੋਰਦੇ ਨੇ, ਉਹ ਅਧਿਆਏ ਅੱਜ ਆਪਾਂ ਮਨ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰਨਾ ਕਰੀਏ। ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਅੱਗੇ ਝੁਕਾਈਏ ਸੀਸ, ਮਿਲ ਕਰਕੇ ਸੱਚ ਦਾ ਹੋਕਾ ਦਈਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਵੀ ਜੀ ਕਹਿੰਦੇ ਇਸੇ ਪ੍ਰਕਾਰ ਛਠਮ ਪਾਤਸ਼ਾਹ ਨੇ ਜਦੋਂ ਸੁਣਿਆ ਘੋੜਿਆਂ ਦੇ ਬਾਬਤ, ਕੁਝ ਕੁ ਦਿਨਾਂ ਬਾਅਦ ਮਹਾਰਾਜ ਅੰਦਰ ਫਿਰ ਵਿਚਾਰ ਚੱਲੀ, ਅੰਦਰ ਸ਼ੌਂਕ ਪੈਦਾ ਹੋਇਆ। ਮੈਂ ਚਾਹਤ ਜਿਮ ਆਏ, ਹਿਰਦੇ ਵਿੱਚ ਚਾਹੁੰਦੇ ਨੇ ਕਿ ਇਸ ਤਰੀਕੇ ਨਾਲ ਜਿਹੜੇ ਦੋਵੇਂ ਘੋੜੇ ਨੇ ਸਾਡੇ ਕੋਲ ਆ ਪੁੱਜਣ। ਤੇ ਵਿਚਾਰਤ ਭੇ ਬਹੁਤ, ਬੜੇ ਹੀ ਤਰੀਕੇ ਦੇ ਨਾਲ ਆਪਣੇ ਮਨ ਅੰਦਰ ਸਤਿਗੁਰੂ ਜੀ ਵਿਚਾਰਾਂ ਕਰਦੇ ਨੇ। ਇਸ ਪ੍ਰਕਾਰ ਕੋ ਲਿਆਏ, ਕਿਹੜੀ ਵਿਧੀ ਹੋਵੇਗੀ ਜਿਹਦੇ ਨਾਲ ਇਹ ਦੋਵੇਂ ਘੋੜੇ ਸ਼ਾਹਜਹਾਨ ਦੇ ਕੋਲੋਂ ਖੋਹ ਕਰਕੇ ਆਪਣੇ ਘਰ ਦੇ ਵਿੱਚ ਲੈ ਆਈਏ। ਚੋਪਈ ਤਨ ਖਰਚਹਿ ਜੇਤੋ ਮਨ ਭਾਵਤ, ਪਾਤਸ਼ਾਹ ਜੀ ਕਹਿਣ ਲੱਗੇ, ਜੇ ਅਸੀਂ ਧਨ ਦੇ ਕਰਕੇ ਸੋਚੀਏ ਕਿ ਉਹਦੇ ਉੱਤੇ ਅਨੇਕ ਹੀ ਧਨ ਖਰਚ ਕਰਕੇ ਤੇ ਘੋੜੇ ਸਾਡੇ ਕੋਲ ਆ ਜਾਣਗੇ, ਬੋਲ ਦੀਏ ਸੋ ਹਾਥ ਨ ਆਵਤ, ਪਰ ਫਿਰ ਵੀ ਇਹ ਜਿਹੜੇ ਮੁਗਲ ਨੇ ਇਹ ਬੜੇ ਹੀ ਮੂੜ ਮੱਤ ਵਾਲੇ ਨੇ। ਇਹ ਪੈਸੇ ਲੈ ਕੇ ਵੀ ਇਹਨਾਂ ਘੋੜਿਆਂ ਨੂੰ ਸਾਨੂੰ ਦੇਣਗੇ ਨਹੀਂ। ਸਾਹੋ ਜਹਾਂ ਕੇ ਕਮੀ ਨ ਕਾਈ, ਪਰ ਫਿਰ ਵੀ ਜੇ ਸ਼ਾਹਜਹਾਨ ਦੇ ਵੱਲ ਵੇਖੀਏ, ਐਡਾ ਲਾਮ ਲਸ਼ਕਰ ਲਈ ਫਿਰਦਾ ਏ, ਉਹ ਤਾਂ ਕਹੇਗਾ ਕਿ ਮੇਰੇ ਘਰ ਦੇ ਵਿੱਚ ਪੈਸਿਆਂ ਦੀ ਤਾਂ ਕੋਈ ਕਮੀ ਨਹੀਂ। ਇਹ ਰੰਗ ਸੁਖਵਨ ਉਪਾਈ, ਤੇ ਹੁਣ ਕਿਸੇ ਸੌਖੇ ਤਰੀਕੇ ਦੇ ਨਾਲ ਇਹ ਘੋੜਾ ਉਹਨਾਂ ਦੇ ਕੋਲੋਂ ਲੈ ਆਈਏ। ਆਤ ਪ੍ਰੇ ਸਾਹੋ ਰਖੇਤ ਕਰਾਈ, ਇਹਨਾਂ ਦੋਵੇਂ ਘੋੜਿਆਂ ਨੂੰ, ਦਿਲਬਾਗ ਤੇ ਗੁਲਬਾਗ ਘੋੜੇ ਨੂੰ ਸ਼ਾਹਜਹਾਨ ਬੜੇ ਹੀ ਪ੍ਰੇਮ ਦੇ ਨਾਲ, ਜਾਨ ਤੋਂ ਵੱਧ ਕੇ ਪਿਆਰ ਕਰਦਾ ਏ ਤੇ ਬੜੀ ਹੀ ਫੌਜ ਲਾ ਕੇ ਇਹਨਾਂ ਘੋੜਿਆਂ ਦੀ ਰੱਖਿਆ ਕਰਦਾ ਏ। ਲਾਖੋਂ ਭਾਟ ਮਿੱਤ ਰਹਿਤ ਸਹਾਈ, ਤੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸੂਰਮੇ ਹਨ ਇਹ ਸ਼ਾਹਜਹਾਨ ਕੋਲ ਰੱਖਦਾ ਹੈ। ਜੇਕਰ ਲਰਹਿ ਹਾਥ ਨਹਿ ਆਵਤ, ਜੇਕਰ ਅਸੀਂ ਸੋਚੀਏ ਕਿ ਇਹਦੇ ਨਾਲ ਲੜ ਕੇ ਘੋੜੇ ਲੈ ਲਈਏ, ਪਰ ਘੋੜੇ ਇਵੇਂ ਲੜ ਕੇ ਸਾਡੇ ਹੱਥ ਨਹੀਂ ਆਉਣਗੇ, ਮਹਾਂਦੁਰਗ ਮਹਿਤ ਨਹਿ ਰਖਾਵਤ, ਕਿਉਂਕਿ ਇਹਨਾਂ ਘੋੜਿਆਂ ਨੂੰ ਇਹ ਸ਼ਾਹਜਹਾਨ ਬੜੇ ਹੀ ਤਗੜੇ ਮਹਿਲਾਂ ਦੇ ਵਿੱਚ ਰੱਖਦਾ ਹੈ। ਸਭਾ ਵਿਖੇ ਗੁਰ ਬਾਤ ਚਲਾਈ, ਐਵੇਂ ਪਾਤਸ਼ਾਹ ਜੀਆਂ ਨੇ ਵਿਚਾਰ ਕਰਦਿਆਂ ਸਭਾ ਦੇ ਵਿੱਚ ਇਹ ਘੋੜਿਆਂ ਦੀ ਗੱਲ ਨੂੰ ਛੇੜਿਆ ਹੈ। ਹੈਨ ਪ੍ਰਸ਼ੰਸਾ ਅਦਕ ਸੁਨਾਈ, ਇਹਨਾਂ ਘੋੜਿਆਂ ਦੀ ਪ੍ਰਸ਼ੰਸਾ ਤਾਰੀਫਾਂ ਦੇ ਫੁੱਲ ਪਾਤਸ਼ਾਹ ਜੀ ਸਾਰੀ ਸੂਰਮਿਆਂ ਦੀ ਸਭਾ ਵਿੱਚ ਦੱਸਦੇ ਨੇ। ਜਿਮ ਦੇਖਣ ਮੈਂ ਆਏ ਹਮਾਰੇ, ਪਾਤਸ਼ਾਹ ਕਹਿਣ ਲੱਗੇ, ਸੂਰਮਿਓ ਕਿਵੇਂ ਇਹ ਘੋੜੇ ਦੋਵੇਂ ਸਾਡੇ ਵੇਖਣ ਦੇ ਵਿੱਚ ਆਉਣਗੇ, ਭਾਵ ਸਾਡੇ ਕੋਲ ਆ ਜਾਣਗੇ। ਮਤਵੰਤ ਸਭ ਕਰੋ ਵਿਚਾਰੇ, ਤੁਸੀਂ ਸਾਰੇ ਬੜੀ ਸ਼੍ਰੇਸ਼ਟ ਮਤ ਵਾਲੇ ਹੋ, ਵਿਚਾਰ ਕਰਕੇ ਸਾਨੂੰ ਦੱਸਣਾ ਕਰੋ। ਜਿਤਨੇ ਯਤਨ ਅਨੇਕ ਪ੍ਰਕਾਰੀ, ਕਿਹੜੇ ਯਤਨ ਕਰਕੇ, ਜਿਹੜੇ ਵੱਖੋ ਵੱਖ ਤਰੀਕੇ ਨਾਲ ਯਤਨ ਕਰਕੇ ਇਹ ਘੋੜੇ ਸਾਡੇ ਕੋਲ ਆ ਪਹੁੰਚਣ। ਤਬ ਇੱਕ ਸਿੱਖ ਨੇ ਗਿਰਾ ਉਚਾਰੀ, ਫਿਰ ਉਸ ਵੇਲੇ ਇੱਕ ਸਿੱਖ ਨੇ ਉੱਠ ਕਰਕੇ ਪਾਤਸ਼ਾਹ ਅੱਗੇ ਹੱਥ ਜੋੜੇ, ਆਪਣੇ ਮੁਖ ਚੋਂ ਬੋਲਣ ਲੱਗਾ ਏ, ਮਹਾਰਾਜ ਤੁਮ ਸਮਤ ਨਿਧਾਨੇ, ਇਹ ਪਾਤਸ਼ਾਹ ਜੀ ਤੁਸੀਂ ਸ਼੍ਰੇਸ਼ਟ ਮਤ ਵਾਲੇ ਹੋ, ਬ੍ਰਹਮ ਦਾ ਗਿਆਨ ਰੱਖਦੇ ਹੋ, ਤੁਹਾਡੇ ਤੋਂ ਵੱਡਾ ਸਮਤਵਾਨ ਕੌਣ ਹੋਵੇਗਾ। ਅਗਰ ਆਪ ਕੇ ਕੌਣ ਬਖਾਨੇ, ਤੁਹਾਡੇ ਅੱਗੇ ਪਾਤਸ਼ਾਹ ਜੀ ਕੌਣ ਖੜਾ ਹੋ ਕਰਕੇ ਬੋਲ ਸਕਦਾ ਏ। ਜੇ ਕੋਈ ਸੂਰਜ ਅੱਗੇ ਖਲੋ ਕੇ ਦੀਵੇ ਵਰਗਾ ਹੋਵੇ ਤੇ ਆਖੇ ਮੇਰਾ ਚਾਨਣ ਸੂਰਜ ਤੋਂ ਵੱਧ ਹੋਵੇ, ਪਾਤਸ਼ਾਹ ਜੀ ਇਹ ਤਾਂ ਮੂਰਖਤਾ ਹੀ ਏ ਦੀਵੇ ਦੀ, ਕਿ ਸੂਰਜ ਅੱਗੇ ਖੜ ਕੇ ਬਾਹਾਂ ਖਿਲਾਰ ਕੇ ਹੌਕੇ ਦਵੇ ਕਿ ਮੈਂ ਬੜਾ ਤਗੜਾ ਹਾਂ, ਬੜਾ ਮਤਵਾਨ ਹਾਂ। ਇਹ ਮੂਰਖਤਾ ਹੀ ਹੈ ਪਾਤਸ਼ਾਹ, ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ। ਤਾਂ ਦੇਖੀ ਹੈ ਭਲੇ ਵਿਚਾਰ, ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਸਾਨੂੰ ਦੱਸਣਾ ਕਰੋ। ਹੋਏ ਨਾ ਬਿਨ ਵਿਧੀਏ ਨਿਰਧਾਰ, ਪਰ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਜੇ ਵੇਖਿਆ ਜਾਵੇ ਤੇ ਇਹਨਾਂ ਵਿਧੀਆਂ ਦੇ ਵਿੱਚ ਮਾਹਰ ਇੱਕੋ ਹੀ ਸੂਰਮਾ ਹੈ, ਬਾਬਾ ਬਿਧੀ ਚੰਦ ਜੀ ਇਹ ਕਾਰਜ ਕਰ ਸਕਦੇ ਨੇ। ਤੁਮ ਸਹਾਇਤਾ ਪਾਏ ਸੋ ਲਿਆਵਹਿ, ਜੇ ਤੁਹਾਡਾ ਥਾਪੜਾ ਪਾਤਸ਼ਾਹ ਜੀ ਬਿਧੀ ਚੰਦ ਦੀ ਕੰਡ ਦੇ ਉੱਤੇ ਹੋਵੇ ਤੇ ਪਾਤਸ਼ਾਹ ਘੋੜੇ ਲੈ ਆਵੇਗਾ, ਪਰ ਉਪਾਏ ਨਹੀਂ ਕਿਮ ਆਵਹਿ, ਹੋਰ ਕਿਸੇ ਦਾ ਵੀ ਜ਼ੋਰ ਨਹੀਂ ਚੱਲਿਆ।
ਜੇ ਕੋਈ ਆਖੇ ਮੈਂ ਆਪਣੇ ਜ਼ੋਰ ਦੇ ਨਾਲ ਘੋੜੇ ਲੈ ਆਵਾਂ, ਪਾਤਸ਼ਾਹ ਜੀ ਵਿਧੀ ਚੰਦ ਤੋਂ ਤਗੜਾ ਸੂਰਮਾ ਤੁਹਾਡੀ ਸੈਨਾ ਵਿੱਚ ਹੋਰ ਕੋਈ ਨਹੀਂ। ਜਿਸ ਵਿਦ ਕੀ ਬੁੱਧ ਇਸ ਮਹਿ ਹੈ, ਇਸ ਵਿਧੀ ਚੰਦ ਦੇ ਅੰਦਰ ਇਹਨਾਂ ਕੰਮਾਂ ਦੀ ਬੜੀ ਤਗੜੀ ਬੁੱਧੀ ਹੈ। ਇਹ ਐਸੇ ਕੰਮਾਂ ਦੇ ਵਿੱਚ ਮਾਹਰ ਹੈ। ਸਗਲ ਜਗਤ ਨਰ ਦੁਸਕਰ ਲਹੈ, ਸਾਰੇ ਹੀ ਜਿਹੜੇ ਸੂਰਮੇ ਸਨ ਲੋਕ ਨੇ, ਇਹਨੇ ਸਾਰੇ ਹੀ ਵੇਖ ਕਰਕੇ ਮੁਸਕਰਾ ਰਹੇ ਹਨ। ਤਿਨ ਤਿਨ ਹੈਨ ਸਮਾਨ ਨ ਹੋਈ, ਜਿਵੇਂ ਸੱਚੇ ਪਾਤਸ਼ਾਹ ਇਹਨਾਂ ਘੋੜਿਆਂ ਦੇ ਸਮਾਨ ਹੋਰ ਕੋਈ ਵੀ ਘੋੜੇ ਨਹੀਂ। ਤਿਮ ਲਿਆਵਨ ਇਸ ਸਮ ਨਹਿ ਕੋਈ, ਜਿਵੇਂ ਘੋੜਿਆਂ ਵਰਗੇ ਹੋਰ ਕੋਈ ਘੋੜੇ ਨਹੀਂ ਦਿਲਬਾਗ ਤੇ ਗੁਲਬਾਗ ਵਰਗੇ, ਐਵੇਂ ਪਾਤਸ਼ਾਹ ਜੀ ਇਹਨਾਂ ਘੋੜਿਆਂ ਨੂੰ ਲਿਆਉਣ ਦੇ ਲਈ ਇਹ ਬਹਾਦਰ ਵਿਧੀ ਚੰਦ ਤੋਂ ਤਗੜਾ ਕੋਈ ਹੋਰ ਸੂਰਮਾ ਨਹੀਂ। ਤੁਮ ਸਮ ਨਹੀਂ ਸਹਾਇਕ ਦੂਵਾ, ਸੱਚੇ ਪਾਤਸ਼ਾਹ ਜੀ ਉਧਰੋਂ ਇਹਨਾਂ ਦੋਵਾਂ ਦਾ ਮੇਲ ਹੋ ਗਿਆ, ਇਧਰੋਂ ਜੇ ਤੁਹਾਡਾ ਥਾਪੜਾ ਹੋਵੇ ਤੇ ਤੁਹਾਡੇ ਸਮਾਨ ਹੋਰ ਕੋਈ ਸ਼ਕਤੀ ਦੇਣ ਵਾਲਾ ਨਹੀਂ। ਤਿਨਹੁ ਮੇਲ ਏਕ ਸਮ ਹੂਵਾ, ਜਦੋਂ ਪਾਤਸ਼ਾਹ ਇਹਨਾਂ ਤਿੰਨਾਂ ਚੀਜ਼ਾਂ ਦਾ ਕੀ ਤਗੜੇ ਸੁੰਦਰ ਘੋੜੇ ਨੇ, ਜਿਨ੍ਹਾਂ ਵਰਗਾ ਹੋਰ ਕੋਈ ਘੋੜਾ ਨਹੀਂ, ਉਧਰੋਂ ਬਾਬਾ ਵਿਧੀ ਚੰਦ ਜੀ ਸੂਰਮਿਆਂ ਦੇ ਵੀ ਸੂਰਮੇ, ਜਿਨ੍ਹਾਂ ਨੂੰ ਤੁਸੀਂ ਛਾਤੀ ਦੇ ਨਾਲ ਲਾ ਕੇ ਆਪਣਾ ਹੀ ਰੂਪ ਕਿਹਾ ਸੀ। ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋ ਮੈਂ ਦੇਣਾ। ਮਹਾਰਾਜ ਜੀ ਤੁਸੀਂ ਬਚਨ ਕੀਤੇ ਸਨ ਛਾਤੀ ਨਾਲ ਲਾ ਕੇ ਕਿ ਇਹ ਸਾਡਾ ਸੀਨਾ ਹੈ ਵਿਧੀ ਚੰਦ, ਤੇ ਇਹ ਮੇਰਾ ਰੂਪ ਹੈ। ਇਸ ਲਈ ਪਾਤਸ਼ਾਹ ਇਹਦੇ ਤੋਂ ਵੱਡਾ ਕੋਈ ਸੂਰਮਾ ਨਹੀਂ, ਤੇ ਤੁਹਾਡੇ ਤੋਂ ਵੱਡਾ ਕੋਈ ਵਿਦਵਾਨ ਨਹੀਂ, ਸ਼ਕਤੀਵਾਨ ਨਹੀਂ, ਜਿਹੜਾ ਬਲ ਦੇ ਕਰਕੇ ਇਹਨਾਂ ਸੂਰਮਿਆਂ ਨੂੰ ਇਸ ਕਾਰਜ ਦੇ ਲਈ ਭੇਜ ਸਕੇ। ਤਿਨਹੁ ਮੇਲ ਏਕ ਸਮ ਹੂਵਾ, ਹੁਣ ਤਿੰਨਾਂ ਚੀਜ਼ਾਂ ਦਾ ਪਾਤਸ਼ਾਹ ਇੱਕੋ ਜਗ੍ਹਾ ਮੇਲ ਹੋਇਆ ਏ। ਜੇਕਰ ਲਿਆਵਹਿ ਹੈ ਬਲ ਭਾਰੀ, ਸੱਚੇ ਪਾਤਸ਼ਾਹ ਕਾਰਜ ਤਾਂ ਬੜਾ ਭਾਰੀ ਏ, ਪਰ ਤੁਹਾਡਾ ਥਾਪੜਾ ਹੋਵੇ ਤੇ ਵਿਧੀ ਚੰਦ ਕਰ ਸਕਦਾ ਏ। ਅਚਰਜ ਬਿਥਰਹਿ ਜਗਤ ਮਝਾਰੀ, ਜੇ ਕਿਧਰੇ ਕੰਮ ਵਿਧੀ ਚੰਦ ਨੇ ਕਰ ਦਿੱਤਾ ਤੇ ਸਾਰੇ ਹੀ ਜਗਤ ਦੇ ਵਿੱਚ ਬੜਾ ਹੀ ਅਚਰਜ ਭਰਾ ਹੈ ਜਿਹੜਾ ਕੰਮ ਹੋਵੇਗਾ। ਸੁਨ ਗੁਰ ਵਿਧੀਏ ਔਰ ਨਿਹਾਰਾ, ਐਵੇਂ ਸੁਣ ਕੇ ਸਿੱਖ ਸੰਗਤ ਤੋਂ ਫਿਰ ਸੱਚੇ ਪਾਤਸ਼ਾਹ ਜੀਆਂ ਨੇ ਬਹਾਦਰ ਬਾਬਾ ਵਿਧੀ ਚੰਦ ਵੱਲ ਆਪਣੇ ਪਾਵਨ ਨੇਤਰਾਂ ਨੂੰ ਫੇਰਨਾ ਕੀਤਾ ਏ। ਹੈ ਗੁਣ ਸੁਨ ਮਨ ਹਰਿਓ ਹਮਾਰਾ, ਸੱਚੇ ਪਾਤਸ਼ਾਹ ਕਹਿਣ ਲੱਗੇ ਵਿਧੀ ਚੰਦ ਤੇਰੇ ਬਾਰੇ ਬੜੀ ਵਡਿਆਈ ਸੁਣ ਕੇ ਸਾਡਾ ਮਨ ਜਿਹੜਾ ਪ੍ਰਸੰਨ ਹੋਇਆ ਏ। ਕਿਉ ਕਿਉ ਕਰਹੁ ਦਿਖਵਾਵਨ ਸੋਈ, ਜਿੱਦਾਂ ਕਿੱਦਾਂ ਵੀ ਕਰਕੇ ਵਿਧੀ ਚੰਦਾ ਇਹ ਦੋਵੇਂ ਘੋੜੇ ਸਾਨੂੰ ਦਿਖਾਉਣਾ ਕਰ। ਤੁਬ ਸਮਾਨ ਦੂਸਰ ਨਹਿ ਕੋਈ, ਤੇਰੇ ਸਮਾਨ ਹੋਰ ਕੋਈ ਵੀ ਇਸ ਸੂਰਮਿਆਂ ਦੀ ਫੌਜ ਦੇ ਵਿੱਚ ਨਹੀਂ, ਜਿਹੜਾ ਘੋੜੇ ਸਾਡੇ ਕੋਲ ਲੈ ਆਵੇ। ਇਹੋ ਕਾਰਜ ਤੁਝ ਤੇ ਬਨ ਆਵੈ, ਹੁਣ ਇਹ ਜਿਹੜਾ ਕਾਰਜ ਇਹ ਤੇਰੇ ਕੋਲੋਂ ਹੀ ਬਣ ਆਵੇਗਾ। ਵਿਧੀ ਚੰਦ ਕਰ ਜੋਰ ਅਲਾਵੈ, ਬਾਬਾ ਵਿਧੀ ਚੰਦ ਜੀ ਜਦੋਂ ਸੁਣਿਆ ਮਹਾਰਾਜ ਕੋਲੋਂ ਵਡਿਆਈਆਂ, ਸੁਣ ਕੇ ਹੰਕਾਰ ਵਿੱਚ ਨਹੀਂ ਆਇਆ। ਜਦੋਂ ਕਿਸੇ ਬੰਦੇ ਦੀ ਤਾਰੀਫ ਕਰ ਦਿੱਤੀ ਜਾਵੇ ਨਹੀਂ ਕਿ ਤੇਰੇ ਤੋਂ ਬਿਨਾਂ ਤਾਂ ਇਹ ਕੋਈ ਕੰਮ ਨਹੀਂ ਕਰਦਾ, ਤੇਰੇ ਤੋਂ ਬਿਨਾਂ ਇਹ ਕੌਣ ਐਸਾ ਕਾਰਜ ਕਰੇਗਾ, ਤੇ ਬੰਦਾ ਮਾਣ ਦੇ ਵਿੱਚ ਹੰਕਾਰ ਵਿੱਚ ਆ ਜਾਂਦਾ ਕਿ ਮੇਰੇ ਤੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ ਖੌਰੇ। ਪਰ ਬਹਾਦਰ ਬਾਬਾ ਵਿਧੀ ਚੰਦ ਜੀ ਇੰਨੀ ਵਡਿਆਈ ਨੂੰ ਸੁਣ ਕੇ ਦੋਵੇਂ ਹੱਥ ਜੋੜ ਕੇ ਪਾਤਸ਼ਾਹ ਅੱਗੇ ਖੜੇ ਹੋਏ ਨੇ। ਕਾਰਜ ਕਠਨ ਜਥਾ ਤੁਮ ਜਾਣੋ, ਇਹ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਇਹ ਜਿਹੜਾ ਕਾਰਜ ਹੈ ਬੜਾ ਹੀ ਕਠਿਨ ਹੈ। ਸਿੱਧ ਹੋਏ ਰਾਵਰ ਤੇ ਸਭ ਮਨ ਹੋ, ਪਰ ਇਹ ਮਹਾਰਾਜ ਜੇ ਤੁਹਾਡਾ ਕੰਡ ਤੇ ਥਾਪੜਾ ਹੋਵੇ ਇਹ ਵਿਧੀ ਚੰਦ ਇਹਨਾਂ ਘੋੜਿਆਂ ਨੂੰ ਲਿਆ ਕੇ ਕਾਰਜ ਕਰ ਸਕਦਾ ਏ। ਮੈਂ ਤੋ ਬਨ ਹੋ ਏਕ ਬਹਾਨਾ, ਮੈਂ ਤਾਂ ਸੱਚੇ ਪਾਤਸ਼ਾਹ ਇੱਕ ਬਹਾਨਾ ਹੀ ਬਣਨਾ ਏ। ਕਰਹੁ ਕਾਜ ਤੁਮ ਆਪ ਸੁਜਾਨਾ, ਤੁਸੀਂ ਆਪਣਾ ਕਾਰਜ ਆਪ ਹੀ ਕਰਵਾ ਲੈਣਾ, ਮੇਰਾ ਤਾਂ ਬਸ ਨਾ ਹੀ ਲੱਗਣਾ ਕਿ ਵਿਧੀ ਚੰਦ ਨੇ ਕੀਤਾ, ਪਰ ਸ਼ਕਤੀਆਂ ਤਾਂ ਮਹਾਰਾਜ ਤੁਹਾਡੀਆਂ ਹੀ ਵਰਤਨੀਆਂ ਨੇ। ਸੁਨ ਪ੍ਰਸੰਨ ਸ੍ਰੀ ਸਤਿਗੁਰ ਹੋਏ, ਇੰਨੀਆਂ ਗੱਲਾਂ ਨੂੰ ਸੁਣ ਕੇ ਬਹਾਦਰ ਬਾਬਾ ਵਿਧੀ ਚੰਦ ਜੀਆਂ ਦੇ
ਅੰਦਰ ਦੀ ਨਿਮਰਤਾ ਨੂੰ ਵੇਖ ਕੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਨੇ। ਵਿਦਿਆ ਤੁਭ ਮਾਨਿੰਦ ਨ ਕੋਏ। ਇਹ ਬਾਬਾ ਬਿਧੀ ਚੰਦ ਜੀ, ਤੁਹਾਡੇ ਵਰਗਾ ਕੋਈ ਵੀ ਸੂਰਮਾ ਮਹਾਨ ਇੱਥੇ ਨਹੀਂ। ਰਾਮਚੰਦ ਜਿਮ ਲੋਕ ਬਠਾਵਨ। ਜਿਵੇਂ ਰਾਮਚੰਦਰ ਨੇ ਲੰਕਾ ਦੇ ਵਿੱਚ ਭੇਜਣਾ ਕੀਤਾ ਸੀ। ਸਭ ਕਬ ਮੈਂ ਖੋਜਿਓ ਮਨ ਪਾਵਨ। ਸਾਰੀ ਵਾਨਰਾਂ ਦੀ ਸੈਨਾ ਦੇ ਵਿੱਚੋਂ ਰਾਮਚੰਦਰ ਨੇ ਹਨੂਮਾਨ ਜੀਆਂ ਨੂੰ ਲੰਕਾ ਵਿੱਚ ਭੇਜਣਾ ਕੀਤਾ ਸੀ। ਹਨੂਮਾਨ ਬੜ ਸਮਤ ਪਰਬੀਨਾ। ਜਿਹੜੇ ਹਨੂਮਾਨ ਜੀ ਸਨ ਬੜੀ ਹੀ ਸ੍ਰੇਸ਼ਟ ਮਤ ਵਾਲੇ ਸਨ। ਜਾਏ ਤਹਾਂ ਸਭ ਕਾਰਜ ਕੀਨਾ। ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਸਾਰਾ ਕਾਰਜ ਕਰਨਾ ਕੀਤਾ ਸੀ। ਤਸਕਰ ਸਮ ਸਭ ਲੋਕ ਨਿਹਾਰੀ। ਸਾਰੇ ਲੋਕਾਂ ਨੇ ਵੇਖਿਆ ਕਿ ਖੌਰੇ ਕੋਈ ਚੋਰ ਹੀ ਇਸ ਲੰਕਾ ਦੇ ਵਿੱਚ ਆ ਵੜਿਆ ਏ। ਦੇਖ ਸੀਤਾ ਹੱਥ ਰਾਖਸ ਭਾਰੀ। ਤੇ ਫਿਰ ਜਾ ਕਰਕੇ ਸੀਤਾ ਨੂੰ ਵੇਖਣਾ ਕੀਤਾ ਸੀ। ਆਗ ਲਗਾਏ ਸਿੰਧ ਉਮਲਾਵਾ। ਜਾ ਕੇ ਸੀਤਾ ਦੇ ਦਰਸ਼ਨ ਕਰਕੇ ਜਿਹੜੇ ਰਾਖਸ਼ ਸਨ, ਇਹਨਾਂ ਸਾਰੇ ਰਾਖਸ਼ਾਂ ਨੂੰ ਉੱਥੇ ਮਾਰ ਕੇ ਲੰਕਾ ਦੇ ਵਿੱਚ ਅੱਗ ਲਾ ਕੇ ਸਮੁੰਦਰ ਨੂੰ ਪਾਰ ਕਰਕੇ ਆ ਗਿਆ ਸੀ। ਜਿਮਹਿ ਅਬ ਕਾਰਜ ਬਨ ਆਵਾ। ਇਹ ਬਹਾਦਰ ਬਾਬਾ ਬਿਧੀ ਚੰਦ ਜੀ, ਉਸੇ ਤਰੀਕੇ ਦਾ ਹੀ ਹੁਣ ਕਾਰਜ ਤੁਹਾਡੇ ਉੱਪਰ ਵੀ ਆ ਬਣਿਆ ਏ। ਅਬਲੋ ਜਸ ਜਗ ਮਹਿ ਹਨੂਮਾਨਾ। ਜਿਵੇਂ ਅਜੇ ਤੱਕ ਜਗਤ ਦੇ ਵਿੱਚ ਹਨੂਮਾਨ ਦਾ ਜਸ ਫੈਲਿਆ ਹੋਇਆ ਹੈ। ਕਾਜ ਕਠਨ ਤੁਮ ਬਨਹਿ ਸੰਸਮਾਨਾ। ਜਿਹੜਾ ਕਾਰਜ ਤੁਹਾਨੂੰ ਸੌਂਪਿਆ ਬਾਬਾ ਬਿਧੀ ਚੰਦ ਜੀ, ਇਹ ਤਾਂ ਉਹ ਤੋਂ ਵੀ ਕਠਿਨ ਹੈ। ਤੁਹਾਨੂੰ ਸੌਂਪਣਾ ਕੀਤਾ ਏ, ਜੇ ਤੁਸੀਂ ਇਹ ਕਾਰਜ ਨੂੰ ਕਰ ਜਾਵੋਗੇ ਤੁਹਾਡਾ ਜਗਤ ਦੇ ਵਿੱਚ ਬੜਾ ਹੀ ਨਾਂ ਫੈਲੇਗਾ। ਆਪਣਾ ਪ੍ਰਸ਼ੰਸਾ ਸੁਨੀ ਵਿਸਾਲਾ। ਜਦੋਂ ਆਪਣੀ ਪ੍ਰਸ਼ੰਸਾ ਵਡਿਆਈ ਬਾਬਾ ਬਿਧੀ ਚੰਦ ਜੀਆਂ ਨੇ ਛੇਵੇਂ ਪਾਤਸ਼ਾਹ ਜੀਆਂ ਦੇ ਪਾਸੋਂ ਸੁਣਨਾ ਕੀਤੀ। ਬਿਧੀ ਚੰਦ ਬੋਲਿਓ ਤਿਸ ਕਾਲਾ। ਫਿਰ ਉਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਜੀ ਆਪਣੇ ਮੁਖ ਦੇ ਵਿੱਚੋਂ ਬੋਲੇ ਨੇ, ਸ੍ਰੀ ਗੁਰ ਤੁਮ ਸਹਾਈ ਜੀ ਪਾਉ। ਇਹ ਸੱਚੇ ਪਾਤਸ਼ਾਹ, ਕਾਰਜ ਤਾਂ ਤੁਸਾਂ ਨੇ ਸੌਂਪ ਦਿੱਤਾ ਵੀ ਮੈਂ ਕਾਰਜ ਕਰ ਦਵਾਂਗਾ, ਪਰ ਪਾਤਸ਼ਾਹ ਮੇਰਾ ਜ਼ੋਰ ਨਹੀਂ। ਮਹਾਰਾਜ ਕਹਿਣ ਲੱਗੇ, ਬਿਧੀ ਚੰਦਾ ਕੀ ਗੱਲ ਡਰ ਗਿਆ? ਕਹਿਣ ਲੱਗਾ, ਨਹੀਂ ਪਾਤਸ਼ਾਹ ਮੇਰਾ ਕੋਈ ਜ਼ੋਰ ਨਹੀਂ। ਜੇ ਤੁਹਾਡਾ ਕੰਡ ਦੇ ਉੱਪਰ ਥਾਪੜਾ ਹੋਵੇ ਪਾਤਸ਼ਾਹ ਜੀ, ਇਹ ਸਾਰੇ ਕਾਰਜਾਂ ਨੂੰ ਮੈਂ ਕਰ ਸਕਦਾ ਹਾਂ। ਕਹਾਂ ਸਾਹੋ ਅਸ ਰਬ ਕੀ ਲਿਆਉ। ਇਹ ਸ਼ਾਹਜਹਾਨ ਦੇ ਘੋੜੇ ਕੀ ਪਾਤਸ਼ਾਹ, ਜੇ ਤੇਰੀ ਨਜ਼ਰ ਸਵੱਲੀ ਹੋ ਜਾਵੇ ਮੈਂ ਤਾਂ ਸੂਰਜ ਦੇ ਕੋਲ ਜਿਹੜੇ ਸੋਹਣੇ ਘੋੜੇ ਨੇ ਉਹ ਵੀ ਜਾ ਕੇ ਲੈ ਆਵਾਂ। ਸੁਨੇ ਵਰਨ ਟਿਕ ਸੁੰਦਰ ਘੋਰੇ। ਪਾਤਸ਼ਾਹ ਜੀ ਮੈਂ ਸੁਣਨਾ ਕੀਤਾ ਏ, ਜਿਹੜਾ ਵਰਨ ਦੇਵਤਾ ਏ ਇਹਦੇ ਕੋਲ ਵੀ ਬੜੇ ਸੁੰਦਰ ਘੋੜੇ ਹਨ। ਤਹਾਂ ਤੇ ਲਿਆਈ ਸਕੋ ਤੁਮ ਜੋਰੇ। ਜੇ ਤੁਸੀਂ ਚਾਹੁੰਦੇ ਹੋ ਤੇ ਮੇਰੀ ਪਿੱਠ ਤੇ ਥਾਪੜਾ ਦਿੰਦੇ ਹੋ, ਇਹਨਾਂ ਵਰਨ ਦੇਵਤੇ ਕੋਲੋਂ ਵੀ ਜਾ ਕੇ ਉਹਦੇ ਘੋੜਿਆਂ ਨੂੰ ਲੈ ਆਵਾਂ। ਬਰਾਬਰ ਕੀ ਸਹਾਇਤਾ ਪਾਏ। ਕੇਵਲ ਸੱਚੇ ਪਾਤਸ਼ਾਹ ਇੱਕੋ ਚੀਜ਼ ਮੰਗਦਾ ਆ, ਕਾਰਜ ਤਾਂ ਤੁਸੀਂ ਆਪ ਹੀ ਕਰਾ ਲੈਣੇ ਨੇ। ਇਸ ਲਈ ਤੁਹਾਡੀ ਮਦਦ ਮੇਰੇ ਨਾਲ ਹੋਵੇ ਤੇ ਤੁਹਾਡਾ ਸਾਥ, ਤੁਹਾਡਾ ਥਾਪੜਾ ਮੇਰੇ ਕੋਲ ਹੋਵੇ। ਉਹ ਅਸ ਕਾਜ ਜੇ ਨਾ ਬਣ ਜਾਏ। ਕਿਹੜਾ ਐਸਾ ਕਾਰਜ ਪਾਤਸ਼ਾਹ ਜੇ ਤੁਸੀਂ ਆਖੋ ਤੇ ਕੰਮ ਬਣ ਨਾ ਸਕੇ? ਤੁਸੀਂ ਸਾਰੇ ਕਾਰਜ ਆਪ ਹੀ ਕਰਵਾ ਲੈਣੇ ਨੇ। ਸੁਨ ਵਿਧੀਏ ਤੇ ਭਈ ਪ੍ਰਸੰਨ। ਬਾਬਾ ਬਿਧੀ ਚੰਦ ਤੋਂ ਸੁਣ ਕੇ ਮਹਾਰਾਜ ਬੜੇ ਹੀ ਖੁਸ਼ ਹੋਏ। ਅਨੁਮਤ ਸਮ ਤੁਮ ਨਹਿ ਕੈ ਅੰਨ। ਮਹਾਰਾਜ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ, ਜਿਵੇਂ ਹਨੂਮਾਨ ਨੇ ਏਡਾ ਤਗੜਾ ਕਾਰਜ ਸਵਾਰਿਆ ਸੀ, ਐਵੇਂ ਉਹਨਾਂ ਤੋਂ ਤੁਸੀਂ ਬੜੇ ਸ੍ਰੇਸ਼ਟ ਹੋ। ਇਹ ਕਾਰਜ ਤੁਸੀਂ ਕਰ ਦੇਣਾ ਹੈ। ਕਲੀ ਕਾਲ ਕੋ ਜੈਸੋ ਸਮੈ। ਜਿਵੇਂ ਹੁਣ ਕਲਯੁਗ ਦਾ ਸਮਾਂ ਭਾਰਾ ਚੱਲ ਰਿਹਾ ਏ, ਜੈਸੋ ਕਰਨਾ ਬਣਤ ਹੈ ਤੁਮੈ। ਉਸੇ ਤਰੀਕੇ ਦਾ ਹੀ ਕਾਰਜ ਕਰਨਾ ਬਿਧੀ ਚੰਦ ਜੀ ਹੁਣ ਤੁਹਾਨੂੰ ਬਣ ਆਉਂਦਾ ਏ। ਸੋ ਤੁਰੰਗ ਕੋ ਲੈ ਕਰ ਆਵਹੁ। ਹੁਣ ਉਹਨਾਂ ਦੋਵਾਂ ਘੋੜਿਆਂ ਨੂੰ ਲੈ ਕੇ ਸਾਡੇ ਪਾਸ ਆਉਣਾ ਕਰੋ। ਚੱਲ ਸੁ ਜਸ ਜਗ ਸੁਭ ਬਤ ਪਾਵਹੁ। ਉਹਨਾਂ ਘੋੜਿਆਂ ਨੂੰ ਲਿਆ ਕੇ
ਜਗਤ ਦੇ ਵਿੱਚ ਜਿਹੜਾ ਚਲਾਏਮਾਨ ਜਸ ਹੈ, ਅਚਲ ਜਸ ਹੈ, ਉਹ ਜਲ ਜਸ ਨੂੰ ਪਾਉਣਾ ਕਰੋ। ਸਦਾ ਹੀ ਤੁਹਾਡਾ ਜਸ ਇਸ ਰਹਿੰਦੀ ਦੁਨੀਆ ਤੱਕ ਇਸ ਧਰਤੀ ਉੱਪਰ ਰਹਿਣਾ ਕਰੇਗਾ। ਈਸ਼ੇ ਗ੍ਰੰਥਨ ਮੈਂ ਤੁਮ ਗਾਥਾ। ਜਦੋਂ ਤੁਸੀਂ ਆਪਣਾ ਸਰੀਰ ਤਿਆਗ ਜਾਵੋਗੇ ਫਿਰ ਗ੍ਰੰਥਾਂ ਦੇ ਵਿੱਚ ਤੁਹਾਡੀ ਗਾਥਾ ਚੱਲਿਆ ਕਰੇਗੀ। ਪਠੇ ਸੁਨਹਿ ਹੋਇ ਅਚਰਜ ਸਾਥਾ। ਜਿਹੜੇ ਵੀ ਗਿਆਨਵਾਨ ਪੁਰਸ਼ ਹੋਣਗੇ ਬਾਬਾ ਵਿਧੀ ਚੰਦ ਜੀ ਤੁਹਾਡੀਆਂ ਸਾਖੀਆਂ ਉਹ ਪੜਿਆ ਸੁਣਿਆ ਕਰਨਗੇ। ਪੁਨ ਆਤਮ ਤੇਰੋ ਜਸ ਕਰੈ। ਤੇ ਜਿਹੜੀ ਪੁੰਨਾਂ ਵਾਲੀ ਆਤਮਾ ਇਹ ਸ੍ਰੇਸ਼ਟ ਪੁਰਸ਼ ਨੇ ਉਹ ਸਦਾ ਹੀ ਤੁਹਾਡਾ ਜਸ ਕਰਨਗੇ। ਇਹੋ ਕਾਰਜ ਤੁਮ ਦਿਨ ਨ ਸਰੈ। ਇਹ ਜਿਹੜਾ ਕਾਰਜ ਹੁਣ ਤੁਹਾਡੇ ਤੋਂ ਬਿਨਾ ਸਰੇਗਾ ਨਹੀਂ, ਇਹ ਤੁਸੀਂ ਹੀ ਕਰਨਾ ਏ। ਬਹੁ ਅਬ ਲਾਖਾ ਗੁਰ ਕੀ ਜਾਣ। ਇਸ ਤਰੀਕੇ ਨਾਲ ਬਹਾਦਰ ਬਾਬਾ ਵਿਧੀ ਚੰਦ ਜੀਆਂ ਨੇ ਪਾਤਸ਼ਾਹ ਜੀਆਂ ਦੀ ਸਾਰੀ ਇੱਛਾ ਨੂੰ ਜਾਣ ਲਿਆ ਕਿ ਪਾਤਸ਼ਾਹ ਹੁਣ ਚਾਹੁੰਦੇ ਨੇ ਕਿ ਘੋੜੇ ਸਾਡੇ ਕੋਲ ਆ ਜਾਣ। ਜੇ ਮਹਾਰਾਜ ਜੀ ਚਾਹੁੰਦੇ ਨੇ ਤਾਂ ਕੋਈ ਵੀ ਦੁਨੀਆ ਦੇ ਐਸੀ ਤਾਕਤ ਨਹੀਂ ਜਿਹੜੀ ਇਹਨਾਂ ਘੋੜਿਆਂ ਨੂੰ ਰੋਕ ਸਕੇ ਗੁਰੂ ਘਰ ਵਿੱਚ ਆਉਣ ਦੇ ਲਈ। ਐਸੀਆਂ ਗੱਲਾਂ ਨੂੰ ਬਾਬਾ ਵਿਧੀ ਚੰਦ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ। ਵਿਧੀ ਚੰਦ ਹਵੈ ਕੈ ਸਵਧਾਨ। ਉਸ ਵੇਲੇ ਬਾਬਾ ਵਿਧੀ ਚੰਦ ਜੀ ਬੜੇ ਹੀ ਸਾਵਧਾਨ ਹੋਏ ਨੇ। ਪ੍ਰਾਪਤ ਹੋਤ ਅਧਿਕ ਵਡਿਆਈ। ਏਦਾਂ ਆਪਣੀ ਵਡਿਆਈ ਜਿਹੜੀ ਸੁਣ ਕਰਕੇ ਪਇਓ ਤਿਆਰ ਨਹਿ ਬਿਲਮ ਲਗਾਈ। ਬੜੀ ਹੀ ਛੇਤੀ ਦੇ ਨਾਲ ਬਾਬਾ ਵਿਧੀ ਚੰਦ ਜੀ ਤਿਆਰ ਹੋਏ ਨੇ, ਕੋਈ ਦੇਰੀ ਨਹੀਂ ਲਾਈ। ਸਨਮੁਖ ਖਰੋ ਹੋਏ ਮਤ ਧਾਮੂ। ਫਿਰ ਸ੍ਰੇਸ਼ਟ ਮਤ ਨੂੰ ਦੇਣ ਵਾਲੇ ਛੇਵੇਂ ਪਾਤਸ਼ਾਹ ਉਹਨਾਂ ਦੇ ਅੱਗੇ ਹੱਥ ਜੋੜ ਕਰਕੇ ਖੜਾ ਹੋਇਆ। ਸਰਬ ਕਰਨ ਕੋ ਲੈ ਕਰ ਨਾਮੂ। ਜਿਨ੍ਹਾਂ ਪਹਿਲੇ ਗੁਰੂ ਸਾਹਿਬ ਜੀ ਨੇ ਪੰਜਾਂ ਗੁਰੂ ਸਾਹਿਬ ਜੀਆਂ ਦੇ ਨਾਂ ਲੈ ਕੇ ਬਾਬਾ ਵਿਧੀ ਚੰਦ ਜੀ ਅਰਦਾਸ ਸੋਧਣ ਲੱਗੇ ਹਨ। ਹਾਥ ਜੋਰ ਕੀਨੀ ਅਰਦਾਸ। ਫਿਰ ਗੁਰੂ ਸਾਹਿਬ ਜੀਆਂ ਦੇ ਨਾਂ ਲੈ ਕੇ ਬਾਬਾ ਵਿਧੀ ਚੰਦ ਜੀਆਂ ਨੇ ਸੱਚੇ ਪਾਤਸ਼ਾਹ ਅੱਗੇ ਖੜ ਕੇ ਫਿਰ ਅਰਦਾਸ ਨੂੰ ਸੋਧਣਾ ਕੀਤਾ। ਅੰਗ ਸੰਗ ਨਿਤ ਕਿਰਪਾ ਆਵਾਸ। ਏ ਕਿਰਪਾ ਦੇ ਘਰ ਸਦਾ ਹੀ ਮੇਰੇ ਅੰਗ ਸੰਗ ਰਹਿਓ। ਜੇ ਕਿਤੇ ਵੈਰੀ ਮੇਰੇ ਤੇ ਧੱਕਾ ਕਰਨ ਲੱਗੇ ਮੇਰੇ ਅੰਗ ਸੰਗ ਹੋ ਕੇ ਸਾਰੇ ਹੀ ਕਾਰਜਾਂ ਨੂੰ ਸਵਾਰ ਦਿਓ। ਘਾਟ ਘਾਟ ਮੈਂ ਬਣਹੁ ਸਹਾਈ। ਜੇ ਕਿਤੇ ਪਾਤਸ਼ਾਹ ਕੋਈ ਵਾਧਾ ਘਾਟਾ ਹੋ ਜਾਵੇ ਰਸਤੇ ਵਿੱਚ ਜਾਂ ਇਹਨਾਂ ਮੁਸਲਿਆਂ ਦੇ ਵਿੱਚ ਜਾ ਕੇ ਕੋਈ ਵਾਧਾ ਘਾਟਾ ਹੋ ਜੇ ਤੁਸੀਂ ਸਦਾ ਹੀ ਮੇਰੀ ਸਹਾਇਤਾ ਕਰਿਓ। ਬਾਬਾ ਵਿਧੀ ਚੰਦ ਜੀ ਛੇਵੇਂ ਪਾਤਸ਼ਾਹ ਜੀਆਂ ਦੇ ਬੜੇ ਹੀ ਨਜ਼ਦੀਕੀ ਸਨ। ਜਿਵੇਂ ਆਪਾਂ ਇਤਿਹਾਸ ਪੜ੍ਹਦੇ ਆ ਜਦੋਂ ਵੀ ਕੋਈ ਕਾਰਜ ਪੈਣਾ ਛੇਵੇਂ ਪਾਤਸ਼ਾਹ ਜੀਆਂ ਨੇ ਆਵਾਜ਼ ਦੇਣੀ, ਵਿਧੀ ਚੰਦਾ ਕਾਰਜ ਬਣ ਆਇਆ ਏ, ਤੇਰੇ ਤੋਂ ਬਿਨਾ ਕੋਈ ਸਵਾਰ ਨਹੀਂ ਸਕਦਾ। ਕਿਉਂ ਪ੍ਰੇਮ ਹੀ ਇੰਨਾ ਪੈ ਗਿਆ ਗੁਰੂ ਦੇ ਨਾਲ। ਜਦੋਂ ਕਿਤੇ ਸੰਗਤਾਂ ਆਈਆਂ ਕਾਬਲ ਤੋਂ ਚੱਲ ਕੇ ਕਹਿਣ ਲੱਗੀਆਂ ਪਾਤਸ਼ਾਹ ਤੁਹਾਡੇ ਦਰਸ਼ਨ ਚਾਹੁੰਦੇ ਆ, ਸਾਡੇ ਗ੍ਰਹਿ ਵਿੱਚ ਆਇਓ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਆ ਨਹੀਂ ਸਕਦੇ, ਵਿਧੀ ਚੰਦ ਨੂੰ ਲੈ ਜਾਵੋ। ਸੰਗਤ ਕਹਿਣ ਲੱਗੀ ਸੱਚੇ ਪਾਤਸ਼ਾਹ ਦਰਸ਼ਨ ਤੁਹਾਡੇ ਕਰਨੇ ਨੇ, ਵਿਧੀ ਚੰਦ ਨੂੰ ਅਸੀਂ ਕਿਵੇਂ ਲੈ ਜਾਈਏ, ਅਸੀਂ ਤਾਂ ਤੁਹਾਡੇ ਦਰਸ਼ਨ ਚਾਹੁੰਦੇ ਹਾਂ। ਉਸ ਵੇਲੇ ਮਹਾਰਾਜ ਜੀਆਂ ਨੇ ਵਡਿਆਈਆਂ ਬਖਸ਼ੀਆਂ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ ਵਿਧੀ ਚੰਦ ਨੂੰ ਮੇਰਾ ਰੂਪ ਜਾਣਨਾ, ਮੇਰਾ ਰੂਪ ਜਾਣ ਕੇ ਵਿਧੀ ਚੰਦ ਅੱਗੇ ਸੀਸ ਝੁਕਾ ਦਿਓ। ਵਿਧੀ ਚੰਦ ਅੱਗੇ ਝੁਕਿਆ ਹੋਇਆ ਸੀਸ ਮੇਰੇ ਅੱਗੇ ਝੁਕਿਆ ਹੈ। ਜਿਹੜਾ ਵਿਧੀ ਚੰਦ ਦਾ ਆਦਰ ਸਤਿਕਾਰ ਕਰੇਗਾ ਉਹ ਮੰਨ ਲਿਓ ਮੇਰਾ ਆਦਰ ਸਤਿਕਾਰ ਕਰ ਲਿਆ। ਜੇ ਕਿਸੇ ਨੂੰ ਸਿੱਖੀ ਚਾਹੀਦੀ ਹੋਵੇਗੀ ਵਿਧੀ ਚੰਦ ਦੇ ਅੱਗੇ ਜਾ ਕੇ ਝੁਕ ਜਾਇਓ, ਵਿਧੀ ਚੰਦ ਦਾ ਸਤਿਕਾਰ ਕਰਿਓ। ਉਹਦੇ ਕੁਲਾਂ ਦੇ ਵਿੱਚ ਸਿੱਖੀ ਦਾ ਕਦੀ ਪਹਿਰਾ ਨਹੀਂ ਮੁੱਕੇਗਾ। ਇਵੇਂ ਛੇਵੇਂ ਪਾਤਸ਼ਾਹ ਜੀਆਂ ਨੇ ਵਡਿਆਈਆਂ ਦਿੱਤੀਆਂ ਸਨ ਬਾਬਾ ਵਿਧੀ ਚੰਦ ਨੂੰ। ਇਸੇ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਵਿਧੀ ਚੰਦਾ ਤੇਰੇ ਸਦਾ ਹੀ ਅਸੀਂ ਅੰਗ ਸੰਗ ਸਹਾਈ ਰਵਾਂਗੇ। ਹੋਰ ਆਗੇ ਤਬ ਗਰੀਬ ਨਿਵਾਈ। ਐਵੇਂ ਕਹਿ ਕੇ ਬੇਨਤੀਆਂ ਕਰਕੇ ਬਾਬਾ ਵਿਧੀ ਚੰਦ ਜੀਆਂ ਨੇ ਗੁਰੂ ਸਾਹਿਬ ਅੱਗੇ ਆਪਣੀ ਧੌਣ ਨੂੰ ਝੁਕਾਉਣਾ ਕੀਤਾ। ਚਰਨ ਕਮਲ ਪ੍ਰਿਯ ਪਰਸਨ ਕਰੇ। ਫਿਰ ਆਪਣੇ ਪਿਆਰੇ ਦੇ ਜਿਹੜੇ ਕਮਲਾਂ ਵਰਗੇ ਚਰਨ ਨੇ ਉਹਨਾਂ ਨੂੰ ਹੱਥਾਂ ਦੇ ਨਾਲ ਛੂਹਣਾ ਕਰਦੇ ਨੇ। ਸਭ ਤੇ ਖੁਸ਼ੀ ਲੀਨ ਬਲ ਧਰੇ। ਇਸ ਤਰੀਕੇ ਨਾਲ ਸਾਰਿਆਂ ਦੇ ਕੋਲੋਂ
ਬਾਬਾ ਬਿਧੀ ਚੰਦ ਜੀ ਨੇ ਖੁਸ਼ੀਆਂ ਵਡਿਆਈਆਂ ਲਈਆਂ। ਗੁਰ ਮਹਿ ਗੁਰ ਬਸਾਏ ਕਰ ਚਾਲਾ। ਆਪਣੇ ਹਿਰਦੇ ਵਿੱਚ ਗੁਰੂ ਦੀ ਵਡਿਆਈ ਮਹਿਮਾ ਨੂੰ ਵਸਾ ਕੇ ਉਤੋਂ ਚੱਲਣ ਲੱਗਾ। ਮਹਾਰਾਜ ਜੀਆਂ ਕੋ ਆਸ਼ੀਰਵਾਦ ਲਿਆ। ਸੱਚੇ ਪਾਤਸ਼ਾਹ ਵੇਖਿਓ ਕਿਤੇ ਡੋਲ ਨਾ ਜਾਵਾਂ, ਕਿਤੇ ਕਾਰਜ ਕੋਈ ਪੈ ਜੇ ਭਾਰੀ, ਕੰਡ ਤੇ ਥਾਪੜਾ ਰੱਖਿਓ। ਕਿਉਂਕਿ ਜਦੋਂ ਧੀਆਂ ਬਾਬਲ ਦੇ ਕੋਲੋਂ ਤੁਰਦੀਆਂ ਨੇ, ਧੀਆਂ ਨੂੰ ਆਸਰਾ ਹੀ ਬਾਬਲ ਦਾ ਹੁੰਦਾ ਏ। ਜੇ ਕਿਤੇ ਤੁਰਦੀ ਹੋਈ ਧੀ ਦੇ ਕੰਡ ਦੇ ਉੱਪਰ ਬਾਬਲ ਥਾਪੜਾ ਦੇ ਦੇਵੇ, ਧੀ ਦੇ ਅੰਦਰ ਵੱਖਰੀ ਤਾਕਤ ਭਰ ਜਾਂਦੀ ਏ, ਭਾਵੇਂ ਸਹੁਰੇ ਪਰਿਵਾਰ ਦੇ ਵਿੱਚ ਵੀ ਰਹਿੰਦੀ ਏ। ਪਰ ਬਾਬਲ ਦਾ ਥਾਪੜਾ ਹੀ ਐਸਾ ਕੰਮ ਕਰ ਜਾਂਦਾ ਏ ਵੀ ਭਾਵੇਂ ਸਹੁਰੇ ਪਰਿਵਾਰ ਦੇ ਵਿੱਚ ਦੁੱਖ ਵੀ ਆਉਣ, ਪਰ ਪਿਓ ਦਾ ਥਾਪੜਾ ਉੱਥੇ ਕਾਰਜ ਕਰ ਦਿੰਦਾ ਏ, ਸਭ ਕਾਰਜ ਸਵਾਰ ਦਿੰਦਾ ਏ। ਇਵੇਂ ਬਾਬਾ ਬਿਧੀ ਚੰਦ ਜੀਆਂ ਨੇ 6ਵੇਂ ਪਾਤਸ਼ਾਹ ਕੋ ਥਾਪੜਾ ਲਿਆ। ਸੱਚੇ ਪਾਤਸ਼ਾਹ ਜਿਵੇਂ ਪਿਓ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਾ ਏ ਤੇ ਸਾਰੇ ਕਾਰਜ ਸਵਾਰੀ ਜਾਂਦੇ ਨੇ, ਇਵੇਂ ਸਿਰ ਦੇ ਉੱਪਰ ਹੱਥ ਧਰਿਓ, ਕਿਤੇ ਜਾ ਕੇ ਨਾ ਮੁਗਲਾਂ ਦੇ ਵਿੱਚ ਤੁਹਾਡੇ ਪਿਆਰੇ ਦੀ ਕਿਤੇ ਪਿੱਠ ਨਾ ਲੱਗ ਜੇ। ਇਵੇਂ ਬੇਨਤੀਆਂ ਕਰਕੇ ਬਾਬਾ ਬਿਧੀ ਚੰਦ ਜੀ 6ਵੇਂ ਪਾਤਸ਼ਾਹ ਜੀਆਂ ਦੇ ਕੋਲੋਂ ਚੱਲਣ ਲੱਗੇ ਨੇ। ਲਾਭਪੁਰ ਕੋ ਸਨਮੁਖ ਤਿਸ ਕਾਲਾ। ਫਿਰ ਤੁਰ ਕੇ ਪਾਤਸ਼ਾਹ ਜੀਆਂ ਦੇ ਕੋਲੋਂ ਲਾਹੌਰ ਨਗਰ ਦੇ ਵਿੱਚ ਕੋਲ ਜਾ ਪੁੱਜੇ ਨੇ। ਹਿਰਦੇ ਵਿਚਾਰਤ ਹਰਖਤ ਜਾਤੋ। ਲਾਹੌਰ ਸ਼ਹਿਰ ਨੂੰ ਜਾਂਦਿਆਂ ਹਿਰਦੇ ਦੇ ਵਿੱਚ ਬੜਾ ਹੀ ਖੁਸ਼ ਹੁੰਦੇ ਨੇ ਬਾਬਾ ਬਿਧੀ ਚੰਦ ਜੀ। ਸਭ ਤੇ ਅਧਿਕ ਮੋਹੇ ਗੁਰ ਜਾਤੋ। ਬਾਬਾ ਬਿਧੀ ਚੰਦ ਜੀ ਵਿਚਾਰ ਕਰਦੇ ਨੇ, ਸਾਰਿਆਂ ਦੇ ਵਿੱਚੋਂ ਸ੍ਰੇਸ਼ਟ ਪਾਤਸ਼ਾਹ ਨੇ ਮੈਨੂੰ ਜਾਣਿਆ, ਕੀੜੀ ਨੂੰ ਥਾਪੜਾ ਦੇ ਕਰਕੇ ਬਾਦਸ਼ਾਹੀਆਂ ਦਿੱਤੀਆਂ ਨੇ। ਇਵੇਂ ਮਨ ਦੇ ਵਿੱਚ ਵਿਚਾਰਦੇ ਬੜੇ ਖੁਸ਼ ਹੋਏ ਨੇ। ਕਰਿਓ ਪ੍ਰਚਾਰਨ ਸਭਾ ਸਮਾਜ। ਸਾਰੇ ਹੀ ਜਿਹੜੇ ਸਿੱਖ ਸੰਗਤ ਨੇ ਉਹਨਾਂ ਨੇ ਮੈਨੂੰ ਹੀ ਚੁਣਿਆ ਹੈ ਕਿ ਇਹ ਕਾਰਜ ਮੈਂ ਕਰ ਸਕਦਾ ਹਾਂ। ਕਿਉ ਨਾ ਕਰੋ ਮੈਂ ਦੁਸਤਰ ਕਾਜ। ਫਿਰ ਸਾਰੀ ਸਿੱਖ ਸੰਗਤ ਨੇ ਕਿਹਾ ਤੇ ਸਹਿਬਾਂ ਜੀਆਂ ਦਾ ਥਾਪੜਾ ਕੰਡ ਤੇ ਆ, ਹੁਣ ਮੈਂ ਕਾਰਜ ਕਿਉਂ ਨਾ ਕਰ ਸਕਾਂਗਾ। 3 ਦਿਵਸ ਮੈਂ ਪਹੁੰਚ ਹੋ ਜਾਈ। ਐਵੇਂ ਚੱਲਦੇ ਚੱਲਦੇ ਬਾਬਾ ਬਿਧੀ ਚੰਦ ਜੀ 3 ਕੁ ਦਿਨਾਂ ਦਾ ਪੈਂਡਾ ਤੈਅ ਕਰਦੇ ਲਾਹੌਰ ਸ਼ਹਿਰ ਦੇ ਕੋਲ ਪੁੱਜੇ ਨੇ। ਗੁਰਦਾਰ ਢਿੱਗ ਅਰਦਾਸ ਅਲਾਈ। ਫਿਰ ਲਾਹੌਰ ਨਗਰ ਦੇ ਜਦੋਂ ਦਰਵਾਜ਼ੇ ਅੱਗੇ ਖੜੇ ਹੋਏ, ਜਾ ਕਰਕੇ ਦਰਵਾਜ਼ੇ ਅੱਗੇ ਫਿਰ ਅਰਦਾਸ ਕੀਤੀ ਏ। ਸਰਬ ਗੁਰਨ ਕੋ ਬੰਧਨ ਕਰੀ। ਜਿੰਨੇ ਵੀ ਗੁਰੂ ਸਾਹਿਬ ਜੀ ਹਨ 6 ਪਾਤਸ਼ਾਹੀਆਂ ਨੂੰ ਮਨ ਦੇ ਅੰਦਰ ਧਿਆਨ ਧਰ ਕੇ ਬਾਬਾ ਬਿਧੀ ਚੰਦ ਜੀ ਨਮਸਕਾਰ ਕੀਤੀ ਏ। ਤਤਿ ਕਿਉ ਪਰਵੇਸ਼ਨ ਪੁਰੀ। ਫਿਰ ਉਵੇਂ ਹੀ ਨਮਸਕਾਰ ਕੇ ਬੜੀ ਛੇਤੀ ਦੇ ਨਾਲ ਲਾਹੌਰ ਨਗਰ ਦੇ ਅੰਦਰ ਬਹਾਦਰ ਬਾਬਾ ਬਿਧੀ ਚੰਦ ਜੀ ਪ੍ਰਵੇਸ਼ ਕਰ ਗਏ। ਕਰਤ ਵਿਚਾਰਨ ਅਨਕ ਉਪਾਈ। ਫਿਰ ਅੰਦਰ ਜਾਂਦੇ ਹੋਏ ਹਿਰਦੇ ਦੇ ਵਿੱਚ ਬੜੀਆਂ ਵਿਚਾਰਾਂ ਕਰਦੇ ਹਨ। ਹਿੰਮਤ ਰੰਗ ਟਿਕ ਪਹੁੰਚੋ ਜਾਈ। ਕਿਹੜੇ ਤਰੀਕੇ ਦੇ ਨਾਲ ਸੋਚਦੇ ਨੇ ਕਿ ਨਾ ਘੋੜਿਆਂ ਦੇ ਕੋਲ ਪਹੁੰਚਿਆ ਜਾਵੇ, ਜਿਉ ਜਾਏ ਨਹਿ ਸੰਨ ਕਦਾਈ। ਪਰ ਮਨ 'ਚ ਵਿਚਾਰ ਕਰਦੇ ਨੇ ਜੇ ਤਾਂ ਮੈਂ ਸੰਨ ਲਾ ਕੇ ਕੰਧ ਨੂੰ ਤੋੜ ਕੇ ਅੰਦਰ ਚਲਾ ਜਾਵਾਂ, ਇਹ ਕਾਰਜ ਤਾਂ ਬਣ ਸਕਦਾ ਨਹੀਂ। ਕਾਟੀ ਕੰਧ ਰਹਿਤ ਚੁਕਸਾਈ। ਕਿਉਂਕਿ ਸੰਨ ਲੱਗ ਨਹੀਂ ਸਕਦੀ, ਕੰਧ ਤੋੜੀ ਨਹੀਂ ਜਾ ਸਕਦੀ। ਬੜੀ ਹੀ ਤਗੜੀ ਜਿਹੜੀ ਕੰਧ ਹੈ ਤੇ ਉੱਚੀ ਕੰਧ ਉਸਾਰੀ ਗਈ ਹੈ ਨਹਿ ਉਪਰੋ ਪਰਵੇਸ਼ਨ ਪਾਵੈ। ਤੇ ਨਾ ਹੀ ਉਹਦੇ ਅੰਦਰ ਕਿਸੇ ਤਰੀਕੇ ਨਾਲ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਕਿਉਂਕਿ ਅੰਦਰ ਵੜਦੇ ਸਮੇਂ ਉੱਥੇ ਪੁੱਛਿਆ ਜਾਵੇਗਾ ਕਿੱਧਰੋਂ ਆਇਆ ਹੈ, ਤੇ ਓਪਰਾ ਬੰਦਾ ਉਸ ਨਗਰ ਦੇ ਅੰਦਰ ਜਿਹਦੇ ਅੰਦਰ ਘੋੜਿਆਂ ਨੂੰ ਬੰਨਿਆ ਹੈ ਉਸ ਕਿਲੇ ਦੇ ਅੰਦਰ ਜਾ ਨਹੀਂ ਸਕਦਾ। ਪਾਉ ਰਣਕ ਪਰ ਨਰ ਚਿਰਤਾਵੈ। ਤੇ ਹੋਰ ਕੋਈ ਵੀ ਜੇ ਨਰ ਉੱਥੇ ਵੇਖਿਆ ਜਾਵੇ ਕੋਈ ਓਪਰਾ ਤੇ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੰਦੇ ਨੇ। ਇਸ ਤਰੀਕੇ ਨਾਲ ਕੋਈ ਓਪਰਾ ਬੰਦਾ ਇਹਨਾਂ ਕਿਲਿਆਂ ਦੇ ਕੋਲ ਜਾ ਨਹੀਂ ਸਕਦਾ। ਨਿਕਟ ਦਰੋਗੇ ਬਨ ਕਰ ਦਾਸ। ਫਿਰ ਬਾਬਾ ਜੀ ਸੋਚਦੇ ਨੇ ਕਿਉਂ ਨਾ ਉਸ ਜਿਹੜਾ ਦਰੋਗਾ ਏ ਉਹਦਾ ਮੈਂ ਦਾਸ ਬਣ ਜਾਵਾਂ। ਜੇਕਰ ਰਹੂੰ ਜਾਉ ਹਉ ਪਾਸ। ਜੇ ਕਿ ਉਹ ਦਰੋਗੇ ਦਾ ਮੈਂ ਦਾਸ ਬਣ ਜਾਵਾਂ ਫਿਰ ਮੈਂ ਘੋੜਿਆਂ ਦੇ ਕੋਲ ਜਾ ਸਕਦਾ ਹਾਂ। ਸੋ ਨਹਿ ਰਾਖੇ ਬਿਨਾ ਚਿਨਾਰੀ। ਪਰ ਫਿਰ ਵੀ ਜਿਹੜਾ ਦਰੋਗਾ ਏ ਉਹ ਬਿਨਾਂ ਚੌਣ ਕੀਤਿਆਂ ਤੋਂ, ਬਿਨਾਂ ਕਿਸੇ ਵਿਚਾਰ ਤੋਂ
ਮੈਨੂੰ ਆਪਣੇ ਕੋਲ ਰੱਖੇਗਾ ਨਹੀਂ। ਨਾ ਰਹੇ ਹੋਏ ਕਾਜ ਨਾ ਭਾਰੀ, ਤੇ ਬਿਨਾਂ ਰਿਆਂ ਇਹ ਮੇਰਾ ਕਾਰਜ ਸਵਾਰਿਆ ਨਹੀਂ ਜਾਵੇਗਾ। ਜਾਤੇ ਜਤਨ ਰਹਿਨ ਹਿਤ ਕਰਾਂ, ਇਸ ਲਈ ਬਾਬਾ ਬਿਧੀ ਚੰਦ ਜੀ ਉੱਥੇ ਰਹਿਣ ਦੇ ਜਿਹੜੇ ਯਤਨ ਹਨ ਆਪਣੇ ਮਨ 'ਚ ਵਿਚਾਰਦੇ ਨੇ, ਜਿਸਤੇ ਆਪਣੀ ਮਨਸਾ ਪੁਰਾਂ, ਜਿਹਦੇ ਨਾਲ ਮਨ ਦੀ ਇੱਛਾ ਪੂਰੀ ਹੋ ਜਾਵੇ। ਏਵ ਵਿਚਾਰਤ ਪੁਰੀ ਪਰਵੇਸਾ, ਇਸ ਤਰੀਕੇ ਦੀਆਂ ਵਿਚਾਰਾਂ ਕਰਦੇ ਬਾਬਾ ਜੀ ਲਾਹੌਰ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰੀ ਜਾ ਰਹੇ ਨੇ। ਖਾਤੀ ਜੀਵਨ ਸਿੱਖ ਵਿਸ਼ੇਸਾ, ਇਵੇਂ ਹੀ ਵਿਚਾਰਾਂ ਕਰਦੇ ਸੋਚਦੇ ਨੇ ਇੱਕ ਗੁਰੂ ਘਰ ਦਾ ਸਿੱਖ ਜਿਹੜਾ ਜੀਵਨ ਹੈ, ਤਿਸਕੇ ਸਦਨ ਪਰਵੇਸਿਓ ਜਾਈ। ਫਿਰ ਉਸ ਭਾਈ ਜੀਵਨ ਦੇ ਘਰ ਵਿੱਚ ਬਾਬਾ ਬਿਧੀ ਚੰਦ ਜੀ ਜਾ ਕੇ ਪ੍ਰਵੇਸ਼ ਕਰਦੇ ਹਨ। ਨਿਕਟ ਹੋਏ ਕਹੇ ਪਰਨੋ ਪਾਈ, ਫਿਰ ਨੇੜੇ ਜਾ ਕੇ ਉਸ ਭਾਈ ਜੀਵਨ ਦੇ ਬਾਬਾ ਬਿਧੀ ਚੰਦ ਜੀਆਂ ਨੇ ਨਮਸਕਾਰ ਕੀਤੀ। ਰਹਿਤ ਗੁਰੂ ਕੇ ਨਿਕਟ ਨਿਹਾਰਾ, ਤੇ ਭਾਈ ਜੀਵਨ ਸੋਚਦਾ ਏ ਇਹ ਜਿਹੜਾ ਸਿੱਖ ਹੈ ਇਹਨੂੰ ਮੈਂ ਗੁਰੂ ਦੇ ਕੋਲ ਹੀ ਸਦਾ ਵੇਖਿਆ ਸੀ। ਜੀਵਨ ਉਠਿਓ ਜਾਨ ਗੁਰ ਪਿਆਰਾ, ਤੇ ਭਾਈ ਜੀਵਨ ਵੇਖ ਕੇ ਕਿ ਗੁਰੂ ਦਾ ਕੋਈ ਪਿਆਰਾ ਚੱਲ ਕੇ ਆਇਆ ਏ, ਸਤਿਕਾਰ ਕਰਦੇ ਹੋਏ ਖੜਾ ਹੋ ਗਿਆ। ਕਰ ਜੋਰਤ ਹੀ ਕਰੀ ਪ੍ਰਣਾਮੂ, ਹੱਥ ਜੋੜ ਕੇ ਭਾਈ ਜੀਵਨ ਨੇ ਬਾਬਾ ਬਿਧੀ ਚੰਦ ਜੀਆਂ ਨੂੰ ਪ੍ਰਣਾਮ ਨਮਸਕਾਰ ਕੀਤੀ। ਕਹਿਓ ਕਰੋ ਪਾਵਨ ਮਮ ਧਾਮੂ, ਇਹ ਭਾਈ ਸਿੱਖਾ ਮੇਰੇ ਘਰ ਦੇ ਵਿੱਚ ਆ ਕੇ ਮੇਰੇ ਘਰ ਨੂੰ ਤੂੰ ਪਵਿੱਤਰ ਕਰ ਦਿੱਤਾ। ਸ੍ਰੀ ਸਤਿਗੁਰੂ ਸਾਹਿਬ ਭਾਰਾ, ਤੂੰ ਸਤਿਗੁਰੂ ਸ਼੍ਰੋਮਣੀ ਛੇਵੇਂ ਪਾਤਸ਼ਾਹਾਂ ਦਾ ਬੜਾ ਹੀ ਪੂਜਨੀਕ ਸਿੱਖ ਹੈ। ਆਣ ਚਰਨ ਮਮ ਘਰ ਮਹਿ ਧਾਰਾ, ਹੁਣ ਤੂੰ ਆ ਕੇ ਮੇਰੇ ਘਰ ਦੇ ਵਿੱਚ ਆਪਣੇ ਚਰਨ ਪਾਏ ਨੇ। ਪੰਜ ਦਸਾਏ ਕਸਾਏ ਆਨੰਦ, ਫਿਰ ਐਵੇਂ ਕਹਿ ਕੇ ਭਾਈ ਜੀਵਨ ਨੇ ਇੱਕ ਬੜਾ ਹੀ ਸੋਹਣਾ ਜਿਹੜਾ ਮੰਜਾ ਹੈ ਉਹ ਢਾਹ ਕਰਕੇ ਉੱਤੇ ਚਾਦਰ ਵਿਛਾਈ। ਸਭ ਵਿਦ ਕੀਨੀ ਸੇਵ ਬਿਲੰਦ, ਸਾਰੇ ਹੀ ਤਰੀਕੇ ਨਾਲ ਬਾਬਾ ਬਿਧੀ ਚੰਦ ਦੀ ਉਸ ਭਾਈ ਜੀਵਨ ਨੇ ਸੇਵਾ ਕੀਤੀ। ਜਲ ਤਾਤੋ ਕਰ ਪਾਏ ਪਖਾਰੇ, ਫਿਰ ਜਲ ਗਰਮ ਕਰਕੇ ਬਾਬਾ ਜੀਆਂ ਦੇ ਚਰਨਾਂ ਨੂੰ ਧੋਣਾ ਕੀਤਾ। ਯਥਾ ਸਗਤ ਕਰ ਵਿਦ ਆਹਾਰੇ, ਕਵੀ ਜੀ ਕਹਿੰਦੇ ਜਿੰਨੀ ਵੀ ਸ਼ਮਤਾ ਸੀ ਉਸ ਸਿੱਖ ਦੇ ਕੋਲ ਉਨੀ ਸਮਤਾ ਦੇ ਨਾਲ ਬਾਬਾ ਬਿਧੀ ਚੰਦ ਜੀਆਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਕੀਤਾ। ਕਰ ਉਰ ਹਰਖ ਪਰਸ ਪਰ ਬੈਸੇ, ਤੇ ਪ੍ਰਸ਼ਾਦਾ ਛਕ ਕੇ ਬੜੇ ਹੀ ਖੁਸ਼ ਹੋ ਕੇ ਬੈਠੇ ਹਨ। ਕਹੇ ਜੀਵਨ ਆਗਾਵਨ ਕੈਸੇ, ਭਾਈ ਜੀਵਨ ਕਹਿਣ ਲੱਗਾ ਸਿੱਖਾ ਮੇਰੇ ਘਰ ਦੇ ਵਿੱਚ ਕਿਵੇਂ ਆਉਣਾ ਬਣਿਆ। ਸ੍ਰੀ ਸਤਿਗੁਰ ਕੀ ਕਾਰਜ ਆਏ, ਜਾਂ ਛੇਵੇਂ ਪਾਤਸ਼ਾਹ ਜੀਆਂ ਦਾ ਕੋਈ ਕਾਰਜ ਕਰਨ ਦੇ ਲਈ ਤੂੰ ਮੇਰੇ ਘਰ ਦੇ ਵਿੱਚ ਆਇਆ ਏ। ਕਿਦੋਂ ਚਾਹੇ ਕੁਛ ਆਪਨ ਬਣਾਏ, ਜਾਂ ਫਿਰ ਕੋਈ ਆਪਣਾ ਕਾਰਜ ਸਵਾਰਨ ਦੇ ਲਈ ਤੂੰ ਮੇਰੇ ਕੋਲ ਆ ਪੁੱਜਾ। ਭਾਗ ਵਿਸਾਰ ਪ੍ਰਥਮ ਕੇ ਮੇਰੇ, ਪਰ ਸਾਰਿਆਂ ਤੋਂ ਪਹਿਲਾਂ ਮੇਰੇ ਜਿਹੜੇ ਭਾਗ ਹਨ ਉਹ ਬੜੇ ਹੀ ਸ੍ਰੇਸ਼ਟ ਨੇ, ਬਰਾਬਰ ਕਰਿਓ ਆਣ ਕਰ ਡੇਰੇ, ਕਿਉਂਕਿ ਤੂੰ ਮੇਰੇ ਘਰ ਦੇ ਵਿੱਚ ਆ ਕਰਕੇ ਡੇਰਾ ਲਾਉਣਾ ਕੀਤਾ। ਬਿਧੀ ਚੰਦ ਸਭ ਗਾਥ ਸੁਨਾਈ, ਫਿਰ ਬਹਾਦਰ ਬਾਬਾ ਬਿਧੀ ਚੰਦ ਜੀ ਸਾਰੀ ਹੀ ਗਾਥਾ ਜਿਹੜੀ ਹੈ ਸੁਣਾਉਣਾ ਕਰਦੇ ਨੇ। ਸਤਿਗੁਰ ਉਚਿਤ ਵਸਤ ਇਸ ਥਾਈ, ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਭਾਈ ਜੀਵਨ ਇਸ ਨਗਰ ਦੇ ਵਿੱਚ ਸਤਿਗੁਰਾਂ ਦੀ ਇੱਕ ਬੜੀ ਹੀ ਕੀਮਤੀ ਵਸਤੂ ਮੈਂ ਹੈ। ਜਾਣੋ ਕਿ ਤੁਮ ਲਖ ਪਾਵ ਹੋ, ਉਹ ਵਸਤੂ ਮੈਂ ਤੈਨੂੰ ਦੱਸਦਾ ਹਾਂ ਤੇ ਤੂੰ ਜਾਣਨਾ ਕਰ। ਕਹੀਂ ਪੰਚਮੇ ਕਰਨ ਸੁਨਾਵ ਹੋ, ਤੇ ਸਾਡੇ ਤੋਂ ਬਿਨਾ ਕੋਈ ਹੋਰ ਪੰਜਵਾਂ ਕੰਨ ਇਹ ਗੱਲ ਨੂੰ ਸੁਣਨਾ ਨਾ ਕਰੇ ਕਿ ਕਿਸੇ ਹੋਰ ਨੂੰ ਇਹ ਗੱਲ ਦੱਸੀ ਨਾ। ਹਰੀ ਦੁਰੰਗ ਸਾਹੋ ਕੇ ਪਿਆਰੇ, ਜਿਹੜੇ ਬੜੇ ਹੀ ਬਲੀ ਘੋੜੇ ਸ਼ਾਹਜਹਾਨ ਦੇ ਕੋਲ ਹਨ ਤੇ ਬੜੇ ਹੀ ਪਿਆਰੇ ਨੇ। ਹੋਇਓ ਚਾਹੇ ਸ੍ਰੀ ਗੁਰ ਅਸਵਾਰੇ, ਉਹਨਾਂ ਘੋੜਿਆਂ ਦੇ ਉੱਪਰ ਸਿੱਖਾਂ ਦੀ ਆਪਣੀ ਇੱਛਾ ਸੀ ਕਿ ਪਾਤਸ਼ਾਹ ਜੀ ਉਹਨਾਂ ਉੱਪਰ ਸਵਾਰ ਹੋਣ। ਏਮਾ ਪਹੁੰਚਹੁ ਮੈਂ ਜੁਗਤ ਬਤਾਵ ਹੋ, ਇਸ ਤਰੀਕੇ ਨਾਲ ਮੈਂ ਇੱਥੇ ਲਾਹੌਰ ਵਿੱਚ ਆ ਪੁੱਜਾ ਵਾਂ। ਇਹ ਭਾਈ ਜੀਵਨ ਮੈਨੂੰ ਸਾਰੀ ਵਿਧੀ ਦੱਸਣਾ ਕਰ। ਏਮਾ ਨਿਕਸਹਿ ਸਭ ਭੇਦ ਬੁਝਾਵ ਹੋ, ਕਿਵੇਂ ਉਹ ਜਿਹੜੇ ਘੋੜੇ ਨੇ ਆ ਬਾਦਸ਼ਾਹ ਦੇ ਕੋਲੋਂ ਕੱਢ ਕੇ
ਮੈਂ ਆਪਣੇ ਘਰ ਨੂੰ ਗੁਰੂ ਦੇ ਕੋਲ ਜਾ ਪੁੱਜਾਂ। ਤੂੰ ਪੁਰ ਬਸਹਿ ਲਖਹਿ ਸਤ ਕਾਹੂ। ਤੂੰ ਇਸ ਨਗਰ ਦੇ ਵਿੱਚ ਹੀ ਵਸਦਾ ਹੈ ਤੇ ਸਾਰੀ ਵਿਧੀ ਨੂੰ ਜਾਣਦਾ ਹੈ। ਇਸ ਬਲ ਖਰੇ ਰਹਿਤ ਕੋ ਪਾਹੂ। ਤੇ ਕਿੰਨੇ ਕੁ ਸਿਪਾਹੀ ਉਹਨਾਂ ਘੋੜਿਆਂ ਦੇ ਕੋਲ ਤੇ ਸ਼ਾਹਜਹਾਨ ਦੇ ਕੋਲ ਰਹਿੰਦੇ ਨੇ। ਕਹਾ ਨਾਮ ਜੋ ਰਹਿ ਦਰੋਗਾ। ਤੇ ਜਿਹੜਾ ਇੱਥੇ ਦਰੋਗਾ ਰਹਿੰਦਾ ਹੈ ਉਹਦਾ ਨਾਮ ਕੀ ਆ, ਇਹ ਵੀ ਮੈਨੂੰ ਦੱਸਣਾ ਕਰ। ਕਰਾਈ ਹਿਤ ਕੇਤਕ ਲੋਗਾ। ਤੇ ਫਿਰ ਕਿੰਨੇ ਕੁ ਸੂਰਮੇ ਇਸ ਬਾਦਸ਼ਾਹ ਨੇ ਆਪਣੇ ਘੋੜੇ ਦੀ ਰਖਵਾਲੀ ਲਈ ਲਾਏ ਹਨ। ਸੁਨ ਜੀਵਨ ਮਨ ਮਹਿ ਬਿਸਮਾਇਓ। ਇੰਨੀ ਗੱਲ ਨੂੰ ਸੁਣ ਕੇ ਭਾਈ ਜੀਵਨ ਬੜਾ ਹੀ ਹੈਰਾਨ ਹੋਇਆ। ਦੁਸਤਰ ਕਾਜ ਕਰਨ ਹਿਤ ਆਇਓ। ਭਾਈ ਜੀਵਨ ਕਹਿਣ ਲੱਗਾ, ਬਾਬਾ ਜੀ ਇਹ ਤਾਂ ਬੜਾ ਹੀ ਜਿਹੜਾ ਤਗੜਾ ਕਾਰਜ ਹੈ, ਇਹ ਕਰਨ ਦੇ ਲਈ ਤੁਸੀਂ ਆਪ ਪੁੱਜੇ ਹੋ। ਸੰਮਨ ਬੁਰਜ ਸਾਹੋ ਕੋ ਬਾਸਾ। ਇਹ ਜਿਹੜਾ ਸ਼ਾਹਜਹਾਨ ਹੈ ਇਹ ਸੰਮਣ ਬੁਰਜ ਦੇ ਵਿੱਚ ਰਹਿੰਦਾ ਏ ਬਲ ਤਰੰਗਨ ਪਾਸ ਨਿਵਾਸਾ। ਤੇ ਉਹਦੇ ਕੋਲ ਹੀ ਇਹ ਜਿਹੜੇ ਦੋ ਚੰਚਲ ਘੋੜੇ ਦਿਲਬਾਗ ਤੇ ਗੁਲਬਾਗ ਘੋੜਾ ਉਹਦੇ ਕੋਲ ਹੀ ਉਸ ਜਗ੍ਹਾ ਤੇ ਰਹਿੰਦੇ ਹਨ। ਨਰਨ ਸੈਂਕਰੇ ਕੀ ਰਖਵਾਰੀ। ਤੇ ਉਹਨਾਂ ਘੋੜਿਆਂ ਦੇ ਕੋਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿਪਾਹੀ ਰਹਿੰਦੇ ਹਨ। ਸੇਵਕ ਸੇਵ ਕਰਹਿ ਤਿਨ ਭਾਰੀ। ਤੇ ਉਹਦੀ ਸੇਵਾ ਬੜੇ ਹੀ ਜਿਹੜੇ ਸਿੰਘ ਨੇ ਜਿਹੜੀ ਉਹਦੀ ਸੇਵਾ ਕਰਦੇ ਨੇ, ਬੜੇ ਹੀ ਸਿਪਾਹੀ ਹਨ। ਔਰ ਅਨੇਕਨ ਕੇ ਰਹਿ ਅੰਤਰ। ਤੇ ਬੜੇ ਹੀ ਦਰਵਾਜ਼ੇ ਲੱਗੇ ਨੇ ਜਿਨ੍ਹਾਂ ਦੇ ਅੰਦਰ ਇਹਨਾਂ ਘੋੜਿਆਂ ਨੂੰ ਰੱਖਿਆ ਹੋਇਆ ਏ। ਗਨ ਪਟ ਸ਼ਸਤਰਨ ਸਹਿਤ ਨਿਰੰਤਰ। ਤੇ ਬਾਬਾ ਬਿਧੀ ਚੰਦ ਜੀ ਇਹ ਸੌਖਾ ਕਾਰਜ ਨਹੀਂ। ਇਹਨਾਂ ਦਰਵਾਜ਼ਿਆਂ ਦੇ ਬਾਹਰ ਬੜੇ ਹੀ ਤਗੜੇ ਹਥਿਆਰਾਂ ਦੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਸਿਪਾਹੀ ਖੜੇ ਹਨ। ਸੁੰਦੇ ਖਾਨ ਜੋ ਨਾਮ ਦਰੋਗਾ। ਤੇ ਤੁਸੀਂ ਪੁੱਛਿਆ ਸੀ ਦਰੋਗਾ ਦਾ ਨਾਂ ਕੀ ਆ? ਉਸ ਦਰੋਗਾ ਦਾ ਨਾਂ ਸੌਂਦੇ ਖਾਨ ਹੈ। ਜਿਸਕੇ ਅਨੁਸਾਰੀ ਬਹੁ ਲੋਗਾ। ਜਿਹਦੀ ਆਗਿਆ ਦੇ ਵਿੱਚ ਇਹ ਸਾਰੇ ਹੀ ਸਿਪਾਹੀ ਚੱਲਦੇ ਨੇ। ਇਸੀ ਬਿਦ ਜੋ ਨਹਿ ਬਨ ਆਵੇ। ਤੇ ਕੋਈ ਵੀ ਕੰਮ ਜਿਹੜਾ ਹੈ ਹੁਣੇ ਬਣ ਨਹੀਂ ਆ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਕਿ ਘੋੜਿਆਂ ਨੂੰ ਲੈ ਕੇ ਤੁਸੀਂ ਇੱਥੋਂ ਜਾ ਸਕੋ। ਤੂੰ ਕਰ ਲਹਿ ਜੇ ਸਤਿਗੁਰ ਭਾਵੈ। ਹਾਂ ਫਿਰ ਵੀ ਬਾਬਾ ਬਿਧੀ ਚੰਦ ਆਪਣੇ ਮਨ ਦੇ ਵਿੱਚ ਵਿਚਾਰ ਕਰ ਲੈ, ਜੇ ਤੂੰ ਇਹ ਕਾਰਜ ਕਰ ਸਕਦਾ ਹੈ ਜਾਂ ਫਿਰ ਸਤਿਗੁਰਾਂ ਨੂੰ ਜੇ ਭਾ ਜਾਵੇ। ਅਗਮ ਥਾਨ ਕਿਮ ਪਹੁੰਚਨ ਪਾਸ। ਬੜਾ ਹੀ ਜਿਹੜਾ ਅਗਮ ਥਾਂ ਹੈ ਬੜਾ ਔਖਾ ਏ, ਇਸ ਥਾਂ ਦੇ ਉੱਪਰ ਕੋਈ ਪਹੁੰਚ ਨਹੀਂ ਸਕਦਾ। ਕਹਾਂ ਸੋ ਲੈ ਕੇ ਜਾਣ ਆਵਾਸ। ਇੱਥੇ ਤਾਂ ਜਾਣਾ ਹੀ ਬੜਾ ਔਖਾ ਏ ਬਾਬਾ ਬਿਧੀ ਚੰਦਾ। ਤੂੰ ਤਾਂ ਘੋੜੇ ਕੱਢ ਕੇ ਇੱਥੋਂ ਖੜਨ ਦੀਆਂ ਗੱਲਾਂ ਕਰਦਾ ਏ। ਔਰ ਦੁਰਗਮ ਕੋ ਸੁਗਮ ਬਣਾਵੈ। ਹਾਂ ਫਿਰ ਵੀ ਇਹ ਜਿਹੜਾ ਕਾਰਜ ਏ ਬੜਾ ਹੀ ਔਖਾ ਏ। ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ ਇਹ ਕਾਰਜ ਸਵਾਰਿਆ ਜਾ ਸਕਦਾ ਏ। ਅਬਲ ਬਲੀ ਕਰ ਬਲ ਨਿਭਲਾਵੈ। ਗੁਰੂ ਇੰਨੀ ਸ਼ਮਤਾ ਰੱਖਦਾ ਏ ਬਾਬਾ ਬਿਧੀ ਚੰਦਾ, ਜਿਨ੍ਹਾਂ ਦੇ ਕੋਲ ਬਲ ਨਹੀਂ, ਕੀੜੀਆਂ ਵਰਗਿਆਂ ਨੂੰ ਵੀ ਹਾਥੀਆਂ ਦੇ ਨਾਲ ਲੜਾ ਦਿੰਦਾ ਏ। ਅਪਰ ਕੌਣ ਪਹੁੰਚੇ ਤਹ ਜਾਈ। ਹੋਰ ਕੋਈ ਵੀ ਇਸ ਦੀਵਾਰ ਦੇ ਪਾਰ ਉਸ ਸ਼ਾਹਜਹਾਨ ਦੇ ਘੋੜਿਆਂ ਦੇ ਕੋਲ ਜਾ ਨਹੀਂ ਸਕਦਾ। ਕੇਵਲ ਗੁਰੂ ਦੀ ਜੇ ਕਿਰਪਾ ਹੋਵੇ ਫੇਰ ਹੀ ਉੱਥੇ ਪਹੁੰਚਿਆ ਜਾ ਸਕਦਾ ਏ। ਕੋਈ ਤਸਕਰ ਲੈ ਚਲਹਿ ਭਲਾਈ। ਜੇ ਕੋਈ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਸਿਪਾਹੀਆਂ ਨੂੰ ਕਿ ਕੋਈ ਚੋਰ ਆਇਆ ਏ, ਉਹ ਫੜ ਕੇ ਕੈਦ ਵਿੱਚ ਪਾ ਦਿੰਦੇ ਨੇ। ਸੋਨ ਵਿਦਿਆ ਕੇ ਗੁਰੂ ਭਰੋਸੇ। ਬਾਬਾ ਬਿਧੀ ਚੰਦ ਜੀ ਸੁਣ ਕੇ ਭਾਈ ਜੀਵਨ ਨੂੰ ਕਹਿਣ ਲੱਗੇ, ਭਾਈ ਜੀਵਨ ਮੇਰੇ ਮਨ ਦੇ ਵਿੱਚ ਛੇਵੇਂ ਪਾਤਸ਼ਾਹ ਜੀਆਂ ਦਾ ਭਰੋਸਾ ਏ ਤੇ ਪਾਤਸ਼ਾਹ ਦੇ ਭਰੋਸੇ ਤੇ ਹੀ ਮੈਂ ਇੱਥੋਂ ਤੱਕ ਚੱਲ ਕੇ ਆਇਆ ਹਾਂ। ਮੈਂ ਚਲ ਆਇਓ ਏਤਕ ਕੋਸੇ। ਬੜੀਆ ਹੀ ਕਹੋ ਜਿਹੜਾ ਰਸਤਾ ਤੈਅ ਕਰਕੇ ਹੁਣ ਮੈਂ ਇੱਥੇ ਆ ਪੁੱਜਾ। ਸਭ ਕਾਰਜ ਕਰ ਲਹਿ ਸੁਖਾਰੇ। ਹੁਣ ਜਿੰਨੇ ਵੀ ਕਾਰਜ ਨੇ ਮੈਂ ਤਾਂ ਕਰਨੇ ਨਹੀਂ, ਜਿਹੜੇ ਗੁਰੂ ਨੇ ਥਾਪੜਾ ਦੇ ਕੇ ਹੁਕਮ ਕਰਕੇ ਤੋਰਿਆ ਏ ਉਹ ਗੁਰੂ ਆਪੇ ਹੀ ਕਰਾ ਲਵੇਗਾ। ਕਹਾਂ ਹਰਨ ਹੈ ਸਾਹੂ ਵਿਚਾਰੇ। ਇਹ ਭਾਈ ਜੀਵਨ ਇਹ ਜਿਹੜਾ ਸ਼ਾਹਜਹਾਨ ਏ ਇਹ ਵਿਚਾਰਾ ਕੀ ਏ ਮੇਰੇ ਅੱਗੇ? ਇਹ ਗੁਰੂ ਦਾ ਥਾਪੜਾ ਮੇਰੀ ਕੰਡ ਦੇ ਉੱਤੇ ਆ, ਇਹਦੇ ਕੋਲੋਂ ਤਾਂ ਮੈਂ ਘੋੜੇ ਲੈ ਜਾਵਾਂਗਾ। ਤੂਬ ਖਰਚਨਾ ਇੱਕ ਕਰ ਦੀਜੈ। ਤੂੰ ਬਸ ਇੱਕ ਕੰਮ ਕਰ,
ਇੱਕ ਖੁਰਚਣਾ ਜਿਹਾ ਬਣਾ ਕਰਕੇ ਮੈਨੂੰ ਦੇਣਾ ਕਰ। ਰਹੁ ਮਨੋਰਥ ਬਾਕ ਕਹੀਜੈ। ਇੱਕ ਰੰਬਾ ਬਣਾ ਕੇ ਮੈਨੂੰ ਦੇ ਦੇ, ਜਿਹਦੇ ਨਾਲ ਮੇਰਾ ਕਾਰਜ ਸਵਾਰਿਆ ਜਾਵੇਗਾ। ਜੀਵਨ ਕਹਿਓ ਤਿਉ ਕਰ ਆਸ਼ੇ। ਭਾਈ ਜੀਵਨ ਕਹਿਣ ਲੱਗਾ, ਬਾਬਾ ਜੀ ਜਿਵੇਂ ਹੁਕਮ ਮੈਂ ਤੁਹਾਨੂੰ ਰੰਬਾ ਬਣਾ ਕੇ ਦੇ ਦੇਵਾਂਗਾ। ਅਪਰ ਵਸਤ ਲੀਜਹਿ ਚਿਤ ਬਾਂਛੇ। ਜੇ ਹੋਰ ਵੀ ਤੁਹਾਡਾ ਕੋਈ ਚਿੱਤ ਕਰੇ, ਕੋਈ ਵਸਤੂ ਦੀ ਲੋੜ ਹੈ, ਮੈਨੂੰ ਕਹਿ ਦੇਵੋ, ਮੈਂ ਉਹ ਵਸਤੂ ਤੁਹਾਨੂੰ ਦੇ ਦੇਵਾਂਗਾ। ਵਿਦਿਆ ਕਹੈ ਅਪਰ ਨਹਿ ਚਾਹੂ। ਬਾਬਾ ਵਿਧੀ ਚੰਦ ਜੀ ਕਹਿਣ ਲੱਗੇ, ਨਹੀਂ, ਹੋਰ ਕਿਸੇ ਵਸਤੂ ਦੀ ਮੈਨੂੰ ਲੋੜ ਨਹੀਂ। ਵਾਂਛਿਤ ਹੁਤੋ ਕਹਿਓ ਤੁਬ ਪਾਹੂ। ਜਿਹਦੀ ਲੋੜ ਸੀ ਰੰਬੇ ਦੀ, ਉਹ ਮੈਂ ਤੈਨੂੰ ਹੁਣ ਕਹਿ ਦਿੱਤਾ ਏ। ਤਿਮ ਕਹੈ ਸੁਪਤਿਓ ਸੁਖ ਕੋ ਪਾਏ। ਐਵੇਂ ਗੱਲਾਂ ਬਾਤਾਂ ਕਰਕੇ ਬਾਬਾ ਵਿਧੀ ਚੰਦ ਜੀ ਫਿਰ ਲੇਟ ਗਏ, ਆਨੰਦ ਦੇ ਵਿੱਚ ਨੀਂਦ ਨੂੰ ਲੈ ਰਹੇ ਨੇ। ਜੀਵਨ ਲਗਿਓ ਕਰਨ ਹਰ ਖਾਏ। ਉਧਰ ਭਾਈ ਜੀਵਨ ਸਾਰੀ ਰਾਤ ਰੰਬੇ ਨੂੰ ਬਣਾਉਂਦਾ ਰਿਹਾ। ਲੈ ਆਸ਼ੇ ਲੋਹਾ ਤਿਨ ਘਰਿਓ। ਕਵੀ ਜੀ ਕਹਿੰਦੇ ਬੜਾ ਹੀ ਵਧੀਆ ਜਿਹੜਾ ਲੋਹਾ ਲੈ ਕੇ ਉਸ ਲੋਹੇ ਨੂੰ ਭਾਈ ਜੀਵਨ ਨੇ ਘੜਨਾ ਕੀਤਾ। ਦਸਤਾ ਕਾਸ਼ਟ ਕੋ ਕਰ ਜਰਿਓ। ਫਿਰ ਉਹਦੇ ਉੱਪਰ ਲੱਕੜ ਦਾ ਜਿਹੜਾ ਸੁੰਦਰ ਦਸਤਾ ਉਹ ਪਾ ਦਿੱਤਾ। ਰਾਤ ਹੋਤ ਲਓ ਕਰ ਕੋ ਤਿਆਰੀ। ਫਿਰ ਰਾਤ ਬੀਤੀ, ਅਗਲਾ ਦਿਨ ਚੜਿਆ, ਬਾਬਾ ਵਿਧੀ ਚੰਦ ਜੀ ਤਿਆਰ ਹੋਣ ਲੱਗੇ। ਉਦੋਂ ਸਾਰੀ ਰਾਤ ਭਾਈ ਜੀਵਨ ਨੇ ਇਸ ਰੰਬੇ ਦੀ ਤਿਆਰੀ ਕੀਤੀ। ਵਿਧੀ ਚੰਦ ਕੇ ਧਰਿਓ ਅਗਾਰੀ। ਦਿਨ ਚੜਿਆ ਤੇ ਬਾਬਾ ਵਿਧੀ ਚੰਦ ਜੀਆਂ ਦੇ ਅੱਗੇ ਇਹ ਰੰਬੇ ਨੂੰ ਰੱਖ ਦਿੱਤਾ। ਦੇਖਤ ਹਰਖਿਓ ਆਸ਼ੋ ਕਰਿਓ। ਵੇਖ ਕਰਕੇ ਬਾਬਾ ਵਿਧੀ ਚੰਦ ਜੀ ਬੜੇ ਹੀ ਖੁਸ਼ ਹੋਏ ਨੇ। ਕਹਿਣ ਲੱਗੇ, ਭਾਈ ਜੀਵਨ ਬੜਾ ਹੀ ਸੋਹਣਾ ਰੰਬਾ ਤਿਆਰ ਕੀਤਾ। ਸਤ ਨਾਮ ਕਹਿ ਕਰ ਮਹਿ ਧਰਿਓ। ਫਿਰ ਅੱਖਾਂ ਨੇਤਰਾਂ ਨੂੰ ਬੰਦ ਕਰਕੇ ਬਾਬਾ ਵਿਧੀ ਚੰਦ ਜੀਆਂ ਨੇ ਛੇਵੇਂ ਪਾਤਸ਼ਾਹ ਦਾ ਧਿਆਨ ਧਰਿਆ। ਆਪਣੇ ਹੱਥ ਵਿੱਚ ਰੰਬਾ ਲੈ ਕੇ ਸਤਨਾਮ ਦਾ ਹੋਕਾ ਦਿੱਤਾ। ਇਤ ਬੰਧਨ ਕੇ ਲੈ ਇੱਕ ਜਾਰੀ। ਫਿਰ ਜਿਹੜੇ ਘਾਹ ਨੂੰ ਬੰਨਣ ਦੇ ਲਈ ਇੱਕ ਜਾਲੀ ਦਾ ਤੱਪੜ ਆਪਣੇ ਹੱਥ ਵਿੱਚ ਲੈ ਲਿਆ। ਨਗਰ ਬਹਿਰ ਗਮਨਿਓ ਮਤ ਭਾਰੀ। ਨਗਰ ਤੋਂ ਬਾਹਰ ਫਿਰ ਇਹਨਾਂ ਦੋਵਾਂ ਚੀਜ਼ਾਂ ਨੂੰ ਲੈ ਕੇ ਚਲਿਆ ਗਿਆ। ਐ ਰਾਵਤੀ ਕੀਨ ਇਸਨਾਨਾ। ਫਿਰ ਰਾਵੀ ਨਦੀ ਦੇ ਵਿੱਚ ਜਾ ਕੇ ਬਾਬਾ ਵਿਧੀ ਚੰਦ ਜੀਆਂ ਨੇ ਇਸ਼ਨਾਨ ਪਾਣ ਕੀਤਾ। ਮੁਖ ਤੇ ਜਪਜੀ ਪਾਠ ਬਖਾਨਾ। ਇਸ਼ਨਾਨ ਕਰਕੇ ਆਪਣੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਦਾ ਜਾਪ ਕੀਤਾ। ਨਿਸਕੀ ਜਮੀ ਗੂਰਬਾ ਜਹਾਂ। ਫਿਰ ਹੁਣ ਤਿਆਰੀ ਕਰਦੇ ਨੇ ਕਿ ਇਸ ਤਰੀਕੇ ਨਾਲ ਜਾ ਕੇ ਇਹ ਕਾਰਜ ਨੂੰ ਸਵਾਰਿਆ ਜਾਵੇ। ਸੋਚਦਿਆਂ ਮਨ ਦੇ ਵਿੱਚ ਵਿਚਾਰ ਆਈ, ਜਿਹੜਾ ਰਾਤ ਦਾ ਥੋੜੀ ਜੀ ਘਾਹ ਜਿਹੜਾ ਸੀ ਉਹ ਉਗਿਆ ਸੀ। ਖੁਰਚਨ ਲਗਿਓ ਜਾਏ ਕਰ ਤਹਾਂ। ਉਹ ਨਿੱਕਾ ਜਿਹੜਾ ਤਾਜ਼ਾ ਘਾਹ ਉਹ ਰੰਬੀ ਦੇ ਨਾਲ ਖੁਰਚਣਾ ਕੀਤਾ ਬਾਬਾ ਵਿਧੀ ਚੰਦ ਨੇ। ਗੁਰ ਕਰ ਧਿਆਨ ਬਦਨ ਗੁਰਬਾਨੀ। ਕਵੀ ਜੀ ਕਹਿੰਦੇ ਮਨ ਦੇ ਵਿੱਚ ਗੁਰੂ ਸਾਹਿਬ ਜੀਆਂ ਦਾ ਧਿਆਨ ਹੈ ਤੇ ਮੁਖ ਦੇ ਵਿੱਚ ਸਾਹਿਬਾਂ ਦੀ ਪਵਿੱਤਰ ਬਾਣੀ ਹੈ। ਗੁਰ ਕੇ ਹੈ ਲਖ ਸੇਵਾ ਠਾਨੀ। ਇਹ ਗੁਰੂ ਦੇ ਘੋੜੇ ਜਾਣ ਕੇ ਹੁਣ ਬਾਬਾ ਵਿਧੀ ਚੰਦ ਜੀ ਘਾਹ ਦੀ ਸੇਵਾ ਕਰ ਰਹੇ ਨੇ। ਅਦਕ ਪ੍ਰੀਤ ਤੇ ਕਰਤ ਬਟੋਰਨ। ਬੜੀ ਹੀ ਪ੍ਰੀਤੀ ਦੇ ਨਾਲ ਉਹ ਜਿਹੜਾ ਘਾਹ ਸੀ ਉਹਨੂੰ ਇਕੱਠਾ ਕਰ ਰਹੇ ਹਨ। ਹਰਤ ਰੁਚਰ ਕੀਨਸ ਹਿਤ ਥੋਰਨ। ਤੇ ਬੜੀ ਹੀ ਇੱਛਾ ਧਾਰਨ ਕਰਕੇ ਉਹ ਸਾਰਾ ਘਾਹ ਇਕੱਠਾ ਕੀਤਾ, ਬੜਾ ਹੀ ਸੁੰਦਰ ਘਾਹ। ਤੇ ਹੁਣ ਕਿਸੇ ਤਰੀਕੇ ਨਾਲ ਜਿਵੇਂ ਕੱਲ ਦੀ ਅਧਿਆਏ ਅੰਦਰ ਬਾਬਾ ਵਿਧੀ ਚੰਦ ਜੀ ਘਾਹ ਨੂੰ ਜਾ ਕੇ ਮੰਡੀ ਦੇ ਵਿੱਚ ਵੇਚਣਗੇ ਤੇ ਕਿਵੇਂ ਇਹਨਾਂ ਘੋੜਿਆਂ ਦੇ ਕੋਲ ਪੁੱਜਦੇ ਨੇ, ਉਹ ਅਧਿਆਏ ਆਪਾਂ ਕੱਲ ਸਰਵਣ ਕਰਾਂਗੇ। ਹੁਣ ਇੱਥੇ ਅਧਿਆਏ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਜੀਵ ਸਮਝ ਕਰਕੇ ਬਖਸ਼ ਦੇਣਾ। ਗਾਂ ਤੋਂ ਕਥਾ ਵਿਚਾਰ ਕਰਨ ਦੀ ਸੋਝੀ ਪਾਉਣਾ। ਆਓ ਆਖਰ ਵਿੱਚ 2 ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਣਾ ਕਰੀਏ। ਗੁਰ ਧਿਆਨ ਬਦਨ ਗੁਰਬਾਨੀ। ਗੁਰ ਕੇ ਹੈ ਲਖ ਸੇਵਾ ਠਾਨੀ। ਅਦਕ ਪ੍ਰੀਤ ਤੇ ਕਰਤਵ ਟੋਰਨ। ਹਰਤ ਰੁਚਰ ਕੀਨਸ ਹਿਤ ਥੋਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰਨ। ਹੇ ਸਮਰੱਥ ਅਗਮ ਪੂਰ ਮੋਹਿ ਮਇਆ ਧਾਰ। ਅੰਧਕੂਪ ਮਹਾ ਭਇਆ ਨਾਨਕ ਪਾਰ ਉਤਾਰ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ। ਖੰਡਾ ਜਾ ਕੈ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼। ਖੰਡਾ ਜਾ ਕੈ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।